ਵਾਇਸ ਆਫ ਇੰਡੀਆ ਤੇ ਆਪ ਸਾਰਿਆਂ ਦਾ ਹਾਰਦਿਕ ਸਵਾਗਤ ਹੈ ਜੀ। ਮੈਂ ਐਮਪੀ ਸਿੰਘ ਪ੍ਰੋਗਰਾਮ ਲੈ ਕੇ ਹਾਜ਼ਰ ਹਾਂ। ਇਹ ਦੁਨੀਆ ਅੱਜ ਸਾਡੇ ਮਹਿਮਾਨ ਨੇ ਸਰਦਾਰ ਹਰਪ੍ਰੀਤ ਸਿੰਘ ਜੋਂਦਾ ਜੀ। ਸਤਿ ਸ਼੍ਰੀ ਅਕਾਲ ਜੋਂਦਾ ਸਾਹਿਬ। ਸਤਿ ਸ਼੍ਰੀ ਅਕਾਲ ਮਹਾਰਾਜ। ਜੋਂਦਾ ਸਾਹਿਬ, ये दुनिया अगर मिल भी जाए तो क्या है। ਹਾਂਜੀ। ਅਸੀਂ ਹਰ ਵਾਰੀ ਇੱਥੋਂ ਇਸ ਸ਼ਬਦ ਤੋਂ, ਸ਼ਬਦ ਦੀ ਸੈਂਸ ਗੁਰਬਾਣੀ ਸ਼ਬਦ ਨਹੀਂ, ਇਸ ਲਾਈਨ ਤੋਂ ਅਸੀਂ ਗੱਲ ਸ਼ੁਰੂ ਕਰਦੇ ਹਾਂ। ਦੁਨੀਆ ਬਾਰੇ ਹਰ ਇੱਕ ਦਾ ਆਪੋ ਆਪਣਾ ਨਜ਼ਰੀਆ, ਹਰ ਇੱਕ ਦਾ ਆਪੋ ਆਪਣਾ ਵਿਚਾਰ ਹੈ। ਅੱਜ ਅਸੀਂ ਇੱਕ ਮਹਾਨ ਸ਼ਾਇਰ ਹੋਏ ਹੈ ਫਿਲਮ ਇੰਡਸਟਰੀ ਵਿੱਚ, ਜਿਨ੍ਹਾਂ ਬਾਰੇ ਮੈਂ ਫਖਰ ਨਾਲ ਮਾਣ ਨਾਲ ਕਹਿ ਸਕਦਾ ਕਿ ਉਹਨਾਂ ਨੇ ਆਜ਼ਾਦੀ ਦੀ ਲੜਾਈ ਵੇਲੇ ਬਹੁਤ ਅਹਿਮ ਭੂਮਿਕਾ ਅਦਾ ਕੀਤੀ। ਉਦੋਂ ਲੋਕ ਦੋ ਤਰ੍ਹਾਂ ਦੇ ਲੋਕ ਸੀ, ਇੱਕ ਗਾਂਧੀਵਾਦੀ ਵਿਚਾਰਧਾਰਾ ਦੇ ਲੋਕ, ਇੱਕ ਅਗਾਂਹ ਵਧੂ ਪ੍ਰੋਗਰੈਸਿਵ ਇਨਕਲਾਬੀ ਲੋਕ ਜਿਹਨਾਂ ਨੂੰ ਕਿਹਾ ਜਾਂਦਾ ਸੀ, ਜਿਹੜੇ ਚਾਹੁੰਦੇ ਸੀ ਕਿ ਇੱਕ ਯੁੱਗ ਪਲਟਾ ਹੋਣਾ ਚਾਹੀਦਾ, ਯੁੱਗ ਪਲਟਾ ਹੋਣਾ ਚਾਹੀਦਾ ਹੈਗਾ। ਤੇ ਉਹਦੇ ਵਿੱਚ ਕਿੰਨੇ ਕੁ ਕਾਮਯਾਬ ਹੋਏ ਉਹ ਸਾਨੂੰ ਸਾਰਾ ਪਤਾ, ਪਰ ਇਹਦੇ ਬਾਵਜੂਦ ਉਹਨਾਂ ਦੀ ਕੰਟਰੀਬਿਊਸ਼ਨ ਜਿਹੜੀ ਉਹਨੂੰ ਭੁਲਾਇਆ ਨਹੀਂ ਜਾ ਸਕਦਾ। ਹਾਂਜੀ। ਸਾਹਿਰ ਲੁਧਿਆਣਵੀ ਦਾ 100ਵਾਂ ਜਨਮ ਦਿਨ ਅੱਜ ਪੂਰੀ ਦੁਨੀਆ ਦੇ ਵਿੱਚ ਉਹਦੇ ਜਿਹੜੇ ਉਹਦੇ ਉਪਾਸ਼ਕਾਂ ਵੱਲੋਂ ਜਾਂ ਉਹਦੇ ਚਹੇਤਿਆਂ ਵੱਲੋਂ ਮਨਾਇਆ ਜਾ ਰਿਹਾ ਹੈ। ਹਾਂਜੀ। ਸਾਹਿਰ ਲੁਧਿਆਣਵੀ ਵੀ ਆਪਣੇ ਆਪ ਵਿੱਚ ਇੱਕ ਬਹੁਤ ਵੱਡੀ ਸ਼ਖਸੀਅਤ ਹੋਈ ਹੈ। ਪੰਜਾਬ ਦੇ ਲੋਕਾਂ ਨੂੰ ਇਸ ਗੱਲ ਤੇ ਮਾਣ ਹੈ ਕਿ ਪੰਜਾਬ ਦੇ ਇੱਕ ਬਹੁਤ ਘੁੱਗ ਵਸਦੇ ਵੱਡੇ ਸਨਅਤੀ ਸ਼ਹਿਰ ਵਿੱਚ ਉਹਦਾ ਜਨਮ ਹੋਇਆ, ਲੁਧਿਆਣੇ 'ਚ। ਤਾਂ ਹੀ ਉਹਦਾ ਨਾਂ ਸਾਹਿਰ ਲੁਧਿਆਣਵੀ ਪਿਆ। ਮੁਸਲਮਾਨ ਪਰਿਵਾਰ ਵਿੱਚ ਸੀ, ਪਰ ਉਹਨੇ ਆਪਣੀ ਜ਼ਿੰਦਗੀ ਦੇ ਵਿੱਚ ਕਦੀ ਵੀ ਇਹ ਗੱਲ ਨਹੀਂ ਸੀ ਕੀਤੀ ਜਾਂ ਸੋਚੀ ਕਿ ਮੈਂ ਮੁਸਲਿਮ ਪਰਿਵਾਰ ਵਿੱਚ ਹੈਗਾ ਵਾਂ ਤੇ ਹਿੰਦੂ ਕੋਈ ਹੋਰ ਕੁਛ ਹੁੰਦੇ ਆ ਜਾਂ ਸਿੱਖ ਕੁਛ ਹੋਰ ਹੁੰਦੇ ਆ। ਉਹ ਇਨਸਾਨ ਦੀ ਗੱਲ ਕਰ ਸਕਦਾ ਸੀ। ਠੀਕ ਹੈ ਜੀ। ਜਿਵੇਂ ਉਹਨਾਂ ਦਾ ਇੱਕ ਗੀਤ ਹੈਗਾ ਸੀ ਜੀ, ਤੂੰ ਹਿੰਦੂ ਬਣੇਗਾ ਨਾ ਮੁਸਲਮਾਨ ਬਣੇਗਾ, ਇਨਸਾਨ ਕੀ ਔਲਾਦ ਹੈ ਇਨਸਾਨ ਬਣੇਗਾ। ਠੀਕ ਹੈ। ਇਹ ਇਹੋ ਜਿਹੇ ਵਿਚਾਰ ਵਕਤ ਮੂਵੀ ਦਾ ਸੀ। ਇਹ ਗੀਤ ਇਹੋ ਜਿਹੀਆਂ ਗੱਲਾਂ ਜਿਹੜੀਆਂ ਤਾਂ ਹੀ ਦਿਮਾਗ 'ਚ ਆਉਂਦੀਆਂ, ਤਾਂ ਹੀ ਬੋਲ ਬਣਦੇ ਆ ਜੇ ਜ਼ਹਿਨੀ ਤੌਰ ਤੇ ਬੰਦਾ ਇਸ ਕੰਮ ਲਈ ਤਿਆਰ ਹੋਵੇ, ਇਹਨਾਂ ਗੱਲਾਂ ਵਾਸਤੇ ਤਿਆਰ ਹੋਵੇ। ਸਾਹਿਰ ਲੁਧਿਆਣਵੀ ਨੂੰ ਕਿਵੇਂ ਯਾਦ ਕਰੀਏ ਜੀ ਅਸੀਂ? ਦੇਖੋ ਜੀ, ਸਾਹਿਰ ਲੁਧਿਆਣਵੀ ਨੂੰ ਯਾਦ ਕਰਨਾ ਤੇ ਐਸੀ ਗੱਲ ਹੈ ਕਿ ਸੂਰਜ ਨੂੰ ਦੀਵਾ ਵਿਖਾਉਣ ਦੇ ਬਰਾਬਰ ਹੈ ਜੀ। ਜਿਹੜੇ ਤੇ ਉਸ ਯੁੱਗ ਦੇ ਸਮਕਾਲੀਨ ਹੈਗੇ ਨੇ। ਮੇਰਾ ਚਲੋ ਜਨਮ ਥੋੜ੍ਹਾ ਜਿਹਾ ਬਾਅਦ 'ਚ ਹੋਇਆ, ਪਰ ਮੈਂ ਬਹੁਤ ਫੈਨ ਸੀ ਉਹਦੇ ਗੀਤਾਂ ਦਾ। ਉਹਦੇ ਗੀਤਾਂ ਦੇ ਵਿੱਚ ਜਿਹੜੀ ਮੀਨਿੰਗ ਸੀ, ਬੇਸਿਕਲੀ ਤੁਹਾਨੂੰ ਮੈਂ ਥੋੜ੍ਹਾ ਦੱਸਣਾ ਚਾਹੁੰਦਾ ਕਿ ਉਹ ਜਦੋਂ ਲੁਧਿਆਣੇ ਤੋਂ ਬੰਬੇ ਗਿਆ ਸਾਹਿਰ ਲੁਧਿਆਣਵੀ, ਅਤੇ ਗਾਇਕ ਬਣ ਗਿਆ ਸੀ। ਠੀਕ ਹੈ ਜੀ। ਗਾਇਕ ਬਣ ਗਿਆ, ਲੇਕਿਨ ਬਾਅਦ 'ਚ ਉਹਨੇ ਇੱਕ ਦੋ ਗੀਤ ਗਾਏ ਵੀ, ਬਟ ਉਹਨੂੰ ਲੋਕਾਂ ਨੇ, ਜਿਹੜੇ ਉੱਥੋਂ ਦੇ ਐਸਟੈਬਲਿਸ਼ ਬੰਦੇ ਸੀ, ਉਹਨਾਂ ਨੇ ਕਿਹਾ ਕਿ ਤੂੰ ਗਾਇਕ, ਤੂੰ ਲਿਖ। ਇਹ ਆਪ ਲਿਖ ਕੇ ਫਿਰ ਗਾਉਂਦਾ ਹੁੰਦਾ ਸੀ। ਠੀਕ ਹੈ ਜੀ। ਫਿਰ ਉਹਦੀ ਐਸੀ ਚੱਲੀ ਜਿਹੜੀ ਲੈ ਲੱਗੀ ਲਿਖਣ ਦੇ ਵੱਲ ਕਿ ਉਹ ਐਂਡ ਤੱਕ ਲਿਖਦਾ ਹੀ ਗਿਆ ਜਦੋਂ ਤੱਕ ਉਹਦੀ ਡੈਥ ਹੋਈ ਹੈ ਨਾ ਜੀ। ਮੈਂ ਤੁਹਾਨੂੰ ਦੱਸਦਾ ਕਿ ਪੰਜਾਬੀ ਦੀ ਬੜੀ ਉੱਥੇ ਟੌਰ ਸੀ, ਇੱਕ ਕਿਸਮ ਦਾ ਗਲਬਾ ਸੀ ਉੱਥੇ ਦੀ। ਚਾਹੇ ਤੁਸੀਂ ਐਕਟਰ ਲਾ ਲਓ, ਬੰਬੇ ਦੀ ਗੱਲ ਕਰਦਾ, ਮੁਹੰਮਦ ਰਫੀ, ਕੋਟਲਾ ਸੁਲਤਾਨ ਸਿੰਘ, ਹਾਂਜੀ, ਅੰਮ੍ਰਿਤਸਰ ਦੇ ਲਾਗੇ ਵਿਲੇਜ ਹੈ ਇੱਕ, ਮੈਂ ਖੁਦ ਦੇਖਿਆ ਜਾ ਕੇ ਉੱਥੇ। ਠੀਕ ਹੈ ਜੀ। ਰਜਿੰਦਰ ਕੁਮਾਰ ਹੁੰਦਾ ਸੀ, ਬੜਾ ਵਧੀਆ ਐਕਟਰ ਪੰਜਾਬ ਦਾ। ਸੁਨੀਲ ਦੱਤ, ਰਣਜੀਤ, ਇੱਕ ਕਪੂਰ ਫੈਮਿਲੀ ਸਾਰੀ, ਪ੍ਰਾਣ, ਹਾਂਜੀ। ਫਿਰ ਵਿਨੋਦ ਮਹਿਰਾ ਸੀ ਇੱਕ, ਠੀਕ ਹੈ ਜੀ। ਵਿਨੋਦ ਖੰਨਾ ਵੀ, ਕਬੀਰ ਬੇਦੀ, ਉਹ ਸਾਰੇ ਮਾਝੇ ਦੇ ਏਰੀਏ 'ਚ। ਮੈਂ ਤੁਹਾਨੂੰ ਦੱਸਦਾ, ਕਬੀਰ ਬੇਦੀ ਜਿਹੜਾ ਉੱਥੋਂ ਦਾ ਡੇਰਾ ਬਾਬਾ ਨਾਨਕ ਦਾ। ਰਣਜੀਤ ਜਿਹੜਾ ਫਿਲਮਾਂ 'ਚ ਹਮੇਸ਼ਾ ਕੁੱਟ ਖਾਂਦਾ ਸੀ, ਵਿਲਨ ਸੀ, ਉਹ ਜੰਡਿਆਲੇ ਗੁਰੂ ਦਾ। ਠੀਕ ਹੈ ਜੀ। ਅਤੇ ਅਜੇ ਦੇਵਗਨ ਦਾ ਬਾਪ ਵੀਰੂ ਦੇਵਗਨ ਸੀ, ਜਿਹੜਾ ਬੜਾ ਫਾਈਟ ਮਾਸਟਰ ਸੀ, ਉਹ ਵੀ ਸਰਹਾਲੀ ਦਾ। ਠੀਕ ਹੈ ਜੀ। ਸੋ ਇਸ ਏਰੀਏ ਦਾ ਬੜਾ ਕੰਟਰੀਬਿਊਸ਼ਨ ਹੈ। ਚਲੋ ਆਪਾਂ ਮੁੱਦੇ 'ਤੇ ਮੁੜਦੇ ਹਾਂ। ਅਤੇ ਐਸੇ ਗੀਤ ਲਿਖੇ ਆ ਜੀ ਕਿ ਮੈਂ ਤੁਹਾਨੂੰ ਕੀ ਦੱਸਾਂ, ਬਹੁਤ ਹੀ ਵਧੀਆ ਹੈ ਨਾ। ਜਦੋਂ ਗੱਲ ਚੱਲਦੀ ਸੀ ਨਾ, ਇੱਕ ਗਾਈਡ ਫਿਲਮ ਬਣੀ ਸੀ, ਗਾਈਡ ਦੇ ਗਾਣੇ ਵੀ ਸਾਹਿਰ ਲੁਧਿਆਣਵੀ, ਹਾਂਜੀ, ਦੇਵਾਨੰਦ ਨੇ। ਠੀਕ ਹੈ ਜੀ। 10 ਗਾਣੇ ਉਹਦੇ 'ਚ। ਮੈਂ ਕੱਲ੍ਹ ਹੀ ਉਹ ਲਾ ਕੇ ਦੇਖਿਆ ਸੀ, ਅਤੇ ਉਹਦੇ 'ਚ ਕੋਂਬੀਨੇਸ਼ਨ ਸੀ, ਮੁਹੰਮਦ ਰਫੀ ਦੇ ਵੀ ਸੀ ਗੀਤ, ਸਾਹਿਰ ਲੁਧਿਆਣਵੀ ਦੇ ਵੀ ਇਹਦੇ ਲਿਖੇ ਹੋਏ ਸੀ। ਬਾਕੀ ਮਤਲਬ ਸਾਰਿਆਂ ਦਾ ਇੱਕ ਨਾ, ਹੁਣ ਦੇਵਾਨੰਦ ਦੀ ਗੱਲ ਹੁੰਦੀ ਗੁਰਦਾਸਪੁਰ ਤੋਂ ਹੈ। ਠੀਕ ਹੈ ਜੀ। ਅਤੇ ਉਹ ਮੈਂ ਦੇਖ ਰਿਹਾ ਸੀ ਕਿ ਸਾਹਿਰ ਲੁਧਿਆਣਵੀ ਮਤਲਬ ਇੰਨੇ ਵਧੀਆ ਵਧੀਆ ਗੀਤ ਜਿਹੜੇ ਨੇ। ਹੁਣ ਵਕਤ ਮੂਵੀ ਹੈ ਨਾ ਜੀ। ਫਿਰ ਆਪਣੇ ਹੋਰ ਇੱਕ ਦੋ ਮੂਵੀ ਮੈਂ ਥੋੜਾ ਸਕਿਪ ਕਰ ਗਿਆ, ਨਹੀਂ ਤੇ ਮੈਂ ਜ਼ਰੂਰ। ਇੱਕ ਫਿਲਮ ਸੀ ਜੀ ਕਭੀ ਕਭੀ। ਹਾਂ, ਕਭੀ ਕਭੀ ਫਿਲਮ ਮੈਨੂੰ ਵੇਖਣ ਦਾ ਮੌਕਾ ਮਿਲਿਆ ਜੀ। ਅਸੀਂ ਇੱਕ ਮੈਰਿਜ ਤੇ ਗਏ,
ਨਾਲ ਕੰਮ ਕਰਦਾ ਸਾਡਾ ਸਹਿਕਰਮੀ ਡਰਾਫਟਸਮੈਨ ਸੀ, ਉਹਦੀ ਵਿਆਹ ਤੇ ਗਏ ਅਸੀਂ, ਤੇ ਉਹ ਸਾਨੂੰ ਪਤਾ ਨਹੀਂ ਸੀਗਾ ਵੀ ਸ਼ਹਿਰਾਂ 'ਚ ਵਿਆਹ ਇਸ ਤਰੀਕੇ ਦੇ ਹੁੰਦੇ ਆ ਵੀ ਰੋਟੀ ਪਾਣੀ ਖਾਂਦੀ ਆ ਤੇ ਆਪੋ ਆਪਣੇ ਘਰੇ ਚੱਲ ਜਾਓ। ਅੱਛਾ ਜੀ। ਅਸੀਂ ਸੋਚਿਆ ਸੀ ਵੀ ਮੈਰਿਜ 'ਚ ਚੱਲਨੇ, ਉੱਥੇ ਰਹਿਣ ਦਾ ਪੂਰਾ ਪ੍ਰਬੰਧ ਹੋਣਾ ਚਾਹੀਦਾ। ਅੱਛਾ ਜੀ। ਜਿੱਦਾਂ ਆਪਣੇ ਪਿੰਡਾਂ 'ਚ ਹੁੰਦਾ ਕਲਚਰ ਆਪਣਾ, ਔਰ ਸ਼ਹਿਰੀ ਕਲਚਰ 'ਚ ਅਸੀਂ ਗਏ ਸੀਗੇ। ਤੇ ਫਿਰ ਰਾਤ ਨੂੰ ਜਦੋਂ ਵਿਹਲੇ ਹੋ ਗਏ ਰੋਟੀ ਪਾਣੀ ਖਾ ਕੇ ਤੇ ਕਿਤੇ ਜਾਣ ਨੂੰ ਜਗ੍ਹਾ ਨਾ ਲੱਭੇ, ਸੋਚਿਆ ਚਲੋ ਪਿਕਚਰ ਵੇਖੀ ਜਾਵੇ। ਕਭੀ ਕਭੀ ਫਿਲਮ ਦੇਖੀ। ਮੈਨੂੰ ਉਹਦੀ ਕਹਾਣੀ ਦਾ ਬਿਲਕੁਲ ਨਹੀਂ ਪਤਾ, ਅੱਛਾ ਪਰ ਗੀਤ ਮੈਨੂੰ ਸਾਰੇ ਯਾਦ। ਅੱਛਾ, ਗੀਤ ਸਾਰੇ ਯਾਦ। ਕਭੀ ਕਭੀ ਯਾਨੀ ਉਹ ਇੱਕ ਫਿਲਮ ਨਹੀਂ, ਸਾਰੇ ਗੀਤ ਜਿਹੜੇ ਆ ਸਾਰੇ ਹੀ ਸਾਹਿਰ ਲੁਧਿਆਣਵੀ ਦੇ ਲਿਖੇ ਹੋਏ। मैं पल दो पल का शायर हूँ, पल दो पल मेरी कहानी है, कभी कभी तेरे मेरे दिल में ख्याल आता है ना जी। इस तरीके ਦੀ ਫਿਰ ਹੋਰ ਵੀ ਬਹੁਤ ਸੀ। ਮੇਰੇ ਘਰ ਆਈ ਇੱਕ ਨੰਨੀ ਪਰੀ ਹੈ ਨਾ, ਬਹੁਤ ਸੋਹਣੇ ਗਾਣੇ ਸੀ ਉਹਦੇ, ਤੇ ਮੈਂ ਤੇ ਖੈਰ 2-4 ਵਾਰੀ ਦੇਖੀ। ਜਿਹੜੀ ਮੈਂ ਤੁਹਾਡੇ ਨਾਲ ਗੱਲ ਰਜਾਉਂਦਾ ਸ਼ੇਅਰ ਕਰਨੀ ਚਾਹੁੰਦਾ ਕਿ ਲੁਧਿਆਣੇ ਵਿੱਚ ਜੰਮਿਆ ਸਾਹਿਰ ਲੁਧਿਆਣਵੀ ਸਧਾਰਨ ਜਿਹੇ ਪਰਿਵਾਰ ਵਿੱਚ ਰੈੱਡ ਸਟੋਨ ਹਵੇਲੀ, ਹਾਂਜੀ ਹਵੇਲੀ ਉਹਦਾ ਘਰ ਦਾ ਨਾਂ ਰੈੱਡ ਸਟੋਨ ਹਵੇਲੀ, ਰੈੱਡ ਸਟੋਨ ਹਵੇਲੀ, ਹਾਂਜੀ। ਪਰਿਵਾਰ ਸਧਾਰਨ ਪਰ ਅਣਖ ਵਾਲਾ ਤੇ ਇੱਜ਼ਤ ਵਾਲਾ, ਮਾਣ ਵਾਲਾ, ਸਤਿਕਾਰ ਕਰਨ ਵਾਲਾ ਵੀ ਤੇ ਕਰਾਉਣ ਵਾਲਾ ਵੀ, ਉਹ ਪਰਿਵਾਰ ਜਿਹਦੇ ਵਿੱਚ ਇਹਨੇ ਸਾਹਿਰ ਲੁਧਿਆਣਵੀ ਨੇ ਜਨਮ ਲਿਆ। ਉਸ ਤੋਂ ਬਾਅਦ ਪੜ੍ਹਾਈ ਦੇ ਮਾਮਲੇ ਦੇ ਵਿੱਚ ਉਸ ਜ਼ਮਾਨੇ 'ਚ ਲਾਹੌਰ ਦਾ ਬੜਾ ਵੱਡਾ ਨਾਂ, ਲਾਹੌਰ ਬੜਾ ਵੱਡਾ ਸੀ, ਐਕੈਡੈਮਿਕ ਸੈਂਟਰ ਸੀ, ਬਹੁਤ ਅਕੈਡਮਿਕ ਜਿਹੜਾ ਸੈਂਟਰ ਹੋਇਆ ਸੀ। ਔਰ ਉੱਥੇ ਜਦੋਂ ਚਲਾ ਗਿਆ ਲਾਹੌਰ, ਉੱਥੇ ਜਾ ਕੇ ਤੁਸੀਂ ਦੇਖੋ ਜਿਹੜੀ ਮੈਂ ਗੱਲ ਕੀਤੀ ਸੀ ਨਾ, ਜਿਹੜੀ ਵੀ ਆਜ਼ਾਦੀ ਦੀ ਲੜਾਈ ਵੇਲੇ ਦੋ ਵਿਚਾਰ ਜਿਹੜੇ ਸੀਗੇ ਉਹ ਆਪਸ ਵਿੱਚ ਭਿੜਦੇ ਨਹੀਂ ਸੀ, ਸੈਮਲਟੇਨਸਲੀ ਚੱਲਦੇ ਸੀ। ਇੱਕ ਵਿਚਾਰ ਸੀ ਗਾਂਧੀਵਾਦੀ ਵਿਚਾਰਧਾਰਾ, ਇੱਕ ਵਿਚਾਰ ਜਿਹੜੇ ਸੀਗੇ ਯੁੱਗ ਪਲਟਾਊ ਵਿਚਾਰ ਸੀ, ਜਿਨ੍ਹਾਂ ਚੋਂ ਭਗਤ ਸਿੰਘ ਦੀ ਗੱਲ ਵੀ ਅਸੀਂ ਕਰਦੇ ਹਾਂ, ਚੰਦਰ ਸ਼ੇਖਰ ਦੀ ਕਰਦੇ ਹਾਂ, ਊਧਮ ਸਿੰਘ ਦੀ ਕਰਦੇ ਹਾਂ, ਕਰਤਾਰ ਸਿੰਘ ਸਰਾਭਾ ਦੀ ਕਰਦੇ ਹਾਂ। ਇਹ ਇੱਕ ਵੱਖਰੇ ਵਿਚਾਰਾਂ ਦੇ ਕ੍ਰਾਂਤੀਕਾਰੀ ਲੋਕ ਸੀ। ਤੇ ਗਾਂਧੀ ਦੇ ਨਾਲ ਦੇ ਹੋਰ ਕਾਂਗਰਸ ਪਾਰਟੀ ਦੇ ਲੀਡਰ ਜਿਹੜੇ ਸੀਗੇ, ਉਹਨਾਂ ਦਾ ਲੜਾਈ ਕਰਨ ਦਾ ਸਟਾਈਲ ਡਿਫਰੈਂਟ ਸੀ। ਭਾਵੇਂ ਉਹ ਕਿਸੇ ਨੂੰ ਪਸੰਦ ਹੈ ਜਾਂ ਨਹੀਂ ਹੈ, ਪਰ ਇਸ ਗੱਲ ਨੂੰ ਝੁਠਲਾਇਆ ਨਹੀਂ ਜਾ ਸਕਦਾ ਕਿ ਉਹਨਾਂ ਲੋਕਾਂ ਦੀ ਵੀ ਉਸ ਵੇਲੇ ਕੰਟਰੀਬਿਊਸ਼ਨ ਥੋੜੀ ਸੀ, ਬਹੁਤੀ ਸੀ ਜ਼ਰੂਰ। ਠੀਕ ਹੈ ਜੀ। ਇਹ ਹੁਣ ਗਾਂਧੀਵਾਦੀ ਵਿਚਾਰਧਾਰਾ ਦਾ ਨਹੀਂ ਸੀ, ਪ੍ਰੋਗਰੈਸਿਵ ਸੀ, ਇਨਕਲਾਬੀ ਵਿਚਾਰਧਾਰਾ ਦਾ ਸੀ। ਤੇ ਉੱਥੇ ਜਾ ਕੇ ਸਟੂਡੈਂਟ ਯੂਨੀਅਨ ਦਾ ਲੀਡਰ ਬਣ ਗਿਆ। ਸਟੂਡੈਂਟ ਯੂਨੀਅਨ ਦਾ ਲੀਡਰ ਬਣ ਗਿਆ ਤੇ ਸਟੂਡੈਂਟ ਯੂਨੀਅਨ ਦੇ ਵਿੱਚ ਕੀ ਹੁੰਦਾ ਕਿ ਜੀ ਆਮ ਤੌਰ ਤੇ ਹੁਣ ਵੀ ਜਦੋਂ ਵੀ ਕਿਤੇ ਵਿਦਿਆਰਥੀ ਸਟੂਡੈਂਟ ਯੂਨੀਵਰਸਿਟੀਆਂ ਕਾਲਜਾਂ 'ਚ ਇਕੱਠੇ ਹੁੰਦੇ ਆ ਤੇ ਉਹ ਜਿੱਦਾਂ ਕਹਿੰਦੇ ਹੁੰਦੇ ਨਾ, ਪ੍ਰੋਗਰਾਮ ਦੀਆਂ ਤਕਰੀਰਾਂ ਸ਼ੁਰੂ ਕਰਨ ਤੋਂ ਪਹਿਲਾਂ ਉਹ ਇੱਕ ਜਿੱਦਾਂ ਪੰਡਾਲ ਨੂੰ ਬੰਨ੍ਹਣ ਵਾਲੀ ਗੱਲ, ਸਟੇਜ ਨੂੰ ਬੰਨ੍ਹਣ ਵਾਲੀ ਗੱਲ, ਕਿਸੇ ਨੂੰ ਗਾਉਣ ਵਾਲੇ ਨੂੰ ਖੜਾ ਕਰ ਦਿੰਦਾ। ਇਹਨੇ ਆਪਦੀ ਸ਼ਾਇਰੀ, ਆਪਦਾ ਗਾਉਣਾ, ਜਿਹੜਾ ਤੁਸੀਂ ਕਿਹਾ ਨਾ ਜੀ ਗਾਉਣ ਵਾਸਤੇ ਇਹ ਗਾਇਕ ਬਣਨ ਗਿਆ ਸੀ, ਇਹ ਅਸਲ 'ਚ ਸੱਚੀ ਮੁੱਚੀ ਗਾਉਂਦਾ ਸੀ। ਲਾਹੌਰ ਦੇ ਵਿੱਚ ਜਦੋਂ ਵਿਦਿਆਰਥੀ ਯੂਨੀਅਨ ਜਾਂ ਵਿਦਿਆਰਥੀ ਅੰਦੋਲਨ ਚੱਲਿਆ ਤੇ ਇਹ ਉੱਥੇ ਵਿਦਿਆਰਥੀਆਂ ਦੀ ਸਟੇਜ ਨੂੰ, ਪੰਡਾਲ ਨੂੰ ਬੰਨ੍ਹਣ ਵਾਸਤੇ ਗਾਉਂਦਾ ਹੁੰਦਾ ਸੀ। ਉਦੋਂ ਵੀ ਜਿਹੜੇ ਗੀਤ ਗਾਏ ਬੜੇ ਕਮਾਲ ਦੇ ਗਾਏ। ਪਰ ਹੈਰਾਨੀ ਵਾਲੀ ਗੱਲ ਇਹ ਹੈ ਕਿ ਪ੍ਰੋਗਰੈਸਿਵ ਵਿਚਾਰਾਂ ਦਾ ਧਾਰਨੀ ਹੋਣ ਕਰਕੇ ਜੇ ਇਹ ਲਾਹੌਰ ਤੋਂ ਵਾਪਸ ਵਾਇਆ ਲੁਧਿਆਣਾ ਬੰਬੇ ਪਹੁੰਚ ਗਿਆ ਤੇ ਉਹਦੇ ਪਿੱਛੇ ਕਾਰਨ ਇਹਦਾ ਇੱਕ ਲਿਖਿਆ ਤੇ ਗਾਇਆ ਗੀਤ ਹੀ ਸੀਗਾ, ਜਿਹਨੇ ਮਜਬੂਰ ਕਰ ਦਿੱਤਾ ਇਹਨੂੰ ਕਿ ਭਾਈ ਇਹ ਥਾਂ ਤੇਰੇ ਰਹਿਣ ਵਾਲੀ ਨਹੀਂ ਹੈ। ਜਿਹੜੇ ਵਿਚਾਰਾਂ ਦਾ ਤੂੰ ਧਾਰਨੀ ਆ, ਜਿਹੜੇ ਵਿੱਚ ਜਿਸ ਲਾਈਨ ਨੂੰ ਤੂੰ ਚੰਗਾ ਸਮਝਦਾ, ਇਹ ਤੇਰੇ ਇਹ ਫਿੱਟ ਨਹੀਂ ਇਹ ਜਗ੍ਹਾ, ਤੈਨੂੰ ਇੱਥੋਂ ਕਿਸੇ ਹੋਰ ਜਗ੍ਹਾ ਜਾਣਾ ਪੈਣਾ। ਮੈਂ ਗੀਤ ਨੋਟ ਕੀਤਾ ਜੀ, ਜਿਹੜਾ ਇਹਨਾਂ ਨੇ 1949 ਵਿੱਚ ਆਵਾਜ਼ੇ ਆਦਮ ਮੂਵੀ, ਉਹਦੇ 'ਚ ਆਵਾਜ਼ੇ ਆਦਮ ਮਤਲਬ ਕੋਈ ਕਵਿਤਾ ਸੀਗੀ, ਉਹਦੇ ਵਿੱਚ ਉਹ ਸੀਗਾ ਹਮ ਵੀ ਦੇਖੇਂਗੇ, ਏਦਾਂ ਕਰਕੇ ਮਤਲਬ ਵਰਡ ਸੀਗੇ, ਹਮ ਵੀ ਦੇਖੇਂਗੇ। ਜਿਵੇਂ ਤੁਹਾਨੂੰ ਯਾਦ ਹੋਣਾ ਜੀ, ਜਿੱਦਾਂ ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ਦੇ ਵਿੱਚ ਵਿਦਿਆਰਥੀਆਂ ਨੇ ਪਿਛਲੇ 2 ਸਾਲ ਪਹਿਲਾਂ ਇੱਕ ਗੱਲ ਕੀ ਸੀ, ਹਮੇ ਚਾਹੀਏ ਕਿਆ ਆਜ਼ਾਦੀ, ਏਦਾਂ ਕਰਕੇ। ਉਹ ਗੱਲ ਭਾਵੇਂ ਸਰਕਾਰ ਪੱਖੀ ਲੋਕਾਂ ਨੇ ਉਹਨਾਂ ਨੂੰ ਇਹ ਬਣਾਤਾ ਕਿ ਸ਼ਾਇਦ ਭਾਰਤ ਤੋਂ ਆਜ਼ਾਦੀ ਮੰਗਦੇ ਪਏ, ਹਿੰਦੁਸਤਾਨ ਤੋਂ ਆਜ਼ਾਦੀ ਮੰਗਦੇ ਪਏ। ਉਹ ਤਾਂ ਇਸ ਸਿਸਟਮ ਦੇ ਵਿੱਚ ਜਿੱਥੇ ਗੰਦ ਫੈਲਿਆ ਹੋਇਆ ਉਹਦੇ ਤੋਂ ਆਜ਼ਾਦੀ ਮੰਗਦੇ ਸੀ। ਏਦਾਂ ਹੀ ਇਸ ਵਿਦਿਆਰਥੀ ਨੇ, ਸਾਹਿਰ ਲੁਧਿਆਣਵੀ ਵਿਦਿਆਰਥੀ ਨੇ, ਉਦੋਂ ਇਹ ਗੀਤ ਉੱਥੇ ਸਟੇਜ ਤੇ ਖਲੋ ਕੇ, ਸਟੇਜ ਨਹੀਂ ਮਤਲਬ ਜਿਹੜੀ ਕਾਲਜ ਦੀ ਕੰਧ ਸੀ ਉੱਤੇ ਖਲੋ ਕੇ ਵਿਦਿਆਰਥੀਆਂ ਨੂੰ ਸੰਬੋਧਨ ਹੋਣ ਤੇ ਕਹਿਤਾ ਸੀਗਾ ਕਿ ਹਮ ਵੀ ਦੇਖੇਂਗੇ। ਠੀਕ ਹੈ ਜੀ। ਔਰ ਇਹਦੇ ਖਿਲਾਫ ਐਡਾ ਹੋ ਹੱਲਾ ਮਚਿਆ ਕਿ ਇਹ ਕੌਣ ਹੁੰਦਾ ਇਹ ਗੱਲਾਂ ਕਹਿਣ ਵਾਲਾ। ਉਹਨੇ ਕਹਤਾ ਮੇਰੇ ਰਹਿਣ ਦੀ ਜਗ੍ਹਾ ਨਹੀਂ ਹੈਗੀ, ਵਾਪਸ ਆ ਗਿਆ। ਵਾਪਸ ਲੁਧਿਆਣੇ ਆਇਆ, ਪਰ ਲੁਧਿਆਣਾ ਵੀ ਉਹਦੇ ਰਹਿਣ ਵਾਲਾ ਨਹੀਂ ਸੀ, ਭਾਵੇਂ ਜੰਮਿਆ ਪਲਿਆ ਉੱਥੇ ਸੀ। ਅਖੀਰ ਬੰਬੇ ਚਲਾ ਗਿਆ।
ਬੰਬੇ ਜਾ ਕੇ ਉਹਨੇ ਫਿਲਮਾਂ ਦੇ ਵਿੱਚ ਜਿਸ ਤਰੀਕੇ ਦੇ ਨਾਲ ਉਹਨਾਂ ਦੇ ਸੰਵਾਦ ਵੀ ਲਿਖੇ, ਸ਼ੁਰੂ ਸੰਵਾਦ ਤੋਂ ਵੀ ਕੀਤੇ। ਕਿਸੇ ਨੇ ਉਹਨੂੰ ਸੁਜੈਸਟ ਕੀਤਾ ਕਿ ਤੁਸੀਂ ਡਾਇਲੌਗ ਲਿਖਿਆ ਕਰੋ, ਲਿਰਿਕਸ ਲਿਖੋ, ਗੀਤ ਲਿਖੋ। ਉਹ ਨਾਮ ਨਾ ਖੱਟਿਆ, ਸਾਰੀ ਦੁਨੀਆ ਪਾਣੀ ਭਰਦੀ। ਠੀਕ ਹੈ ਜੀ। ਔਰ ਇੱਕ ਦੋ ਗੀਤਾਂ ਦੇ ਬਾਰੇ ਹੈ ਜੀ, ਜਿਵੇਂ ਤੁਸੀਂ ਉਹ ਮੈਂ ਪਲ ਦੋ ਪਲ ਵਾਲੀ ਗੱਲ ਕੀਤੀ ਹੈ, ਕੱਲ ਔਰ ਆਏਂਗੇ ਨਗਮੋਂ ਕੀ ਖਿਲਤੀ ਕਲੀਆਂ ਚੁਣਨੇ ਵਾਲੋ, ਇਸ ਤਰੀਕੇ ਦੀ ਜਿਹੜੀ ਸੀ ਉਹ ਮਤਲਬ ਸ਼ਾਇਰੀ ਕਿਆ ਕਮਾਲ ਦੀ ਸ਼ਾਇਰੀ ਬਹੁਤ ਕਮਾਲ ਦੀ ਸੀ। ਔਰ ਇਹਨਾਂ ਦੇ ਨਾਲ ਜੀਵਨ ਦੇ ਨਾਲ ਇੱਕ ਰਿਲੇਟਡ ਮੈਂ ਤੁਹਾਨੂੰ ਇੱਕ ਇਨਸੀਡੈਂਟ ਦੱਸਣੀ ਚਾਹੁੰਦਾ ਕਿ ਸ਼ਾਇਦ ਮੈਂ ਪਹਿਲਾਂ ਵੀ ਇੱਕ ਵਾਰੀ ਇੱਥੇ ਬੋਲਿਆ ਸੀ ਰੇਡੀਓ ਆਵਾਜ਼ ਆਪਣੇ ਇਹਦੇ 'ਤੇ ਵੌਇਸ ਆਫ ਇੰਡੀਆ 'ਤੇ, ਕਿ ਜਾਵੇਦ ਅਖਤਰ ਹੁੰਦੇ ਸੀ ਜੀ, ਇੱਕ ਹੈਗੇ ਜੀ, ਹਾਂਜੀ ਹੈਗੇ ਆ, ਹਾਂਜੀ। ਅਤੇ ਉਹਨਾਂ 'ਤੇ ਇੱਕ ਵਾਰੀ ਬੜੀ ਮੁਸ਼ਕਿਲ ਆ ਪਈ, ਫਾਈਨੈਂਸ਼ੀਅਲ ਮੁਸ਼ਕਿਲ ਆ ਪਈ, ਅਤੇ ਕਿਸੇ ਨੇ ਕਿਹਾ ਜੀ ਸਾਹਿਲ ਲੁਧਿਆਣੇ ਕੋਲ ਜਾਓ, ਤੇਰੀ ਮਦਦ ਕਰਨਗੇ ਉਹ। ਉਹਨਾਂ ਕੋਲ ਗਏ ਅਤੇ ਉਹ ਨਾ ਜਦੋਂ ਕੋਈ ਗੱਲ ਇਸ ਤਰ੍ਹਾਂ ਕਰਦੇ ਸੀ ਜਾ ਕੇ ਉਹਦੇ ਕੋਲ ਕੋਈ ਫਰਿਆਦੀ ਜਾਂ ਕੋਈ ਦੋਸਤ ਮਿੱਤਰ ਕੋਈ ਪ੍ਰੋਬਲਮ ਆ ਕੇ ਆਉਂਦਾ, ਆਪਣੀ ਜੇਬ 'ਚੋਂ ਕੰਘੀ ਕੱਢ ਕੇ ਤੇ ਵਾਲ ਵਾਉਣੇ ਸ਼ੁਰੂ ਕਰ ਦਿੰਦੇ ਸੀ ਸਾਹਿਲ ਲੁਧਿਆਣੇ। ਠੀਕ ਹੈ। ਅਤੇ ਜਦੋਂ ਵਾਲ ਵਾਉਣੇ ਸ਼ੁਰੂ ਕਰ ਦਿੰਦੇ ਸੀ ਮਤਲਬ ਕਿ ਉਹਦਾ ਕੰਮ ਹੋ ਗਿਆ, ਜਿਹੜਾ ਬੰਦਾ ਗਿਆ ਹੈ। ਠੀਕ ਹੈ ਜੀ। ਅਤੇ ਜਾਵੇਦ ਅਖਤਰ ਕਹਿੰਦੇ ਆ ਵੀ ਮੈਨੂੰ ਪਤਾ ਲੱਗ ਗਿਆ ਕਿ ਮੇਰੀ ਹੁਣ ਹੈਲਪ ਹੋਏਗੀ ਕੋਈ ਨਾ ਕੋਈ। ਅੰਦਰ ਗਏ, ਉਹਨਾਂ ਟਾਈਮ 'ਤੇ ਗੱਲ ਹੈ 70-75 ਦੀ ਗੱਲ ਹੋਏਗੀ ਹੈ ਨਾ ਜੀ, 200 ਰੁਪਈਆ ਲੈ ਕੇ ਅੰਦਰੋਂ ਅਤੇ ਮੋਟਰ 'ਚ ਫੜਾ ਦਿੱਤਾ ਵੀ ਆਹ ਲੈ ਫੜ, ਆਪਣਾ ਮੁਸ਼ਕਿਲ ਕਰ ਲੈ, ਸੌਟ ਆਊਟ ਕਰ ਲੈ ਤੂੰ। ਠੀਕ ਹੈ ਜੀ। ਉਹ ਯੂਟੀਲਾਈਜ਼ ਕੀਤੇ ਉਦੋਂ 200 ਵੀ ਬਹੁਤ, ਮਤਲਬ 2 ਲੱਖ ਦੇ ਬਰਾਬਰ ਹੁੰਦੇ ਹੋਣੇ ਸ਼ਾਇਦ, ਹੈ ਨਾ ਜੀ, ਸ਼ਾਇਦ ਇਸ ਤੋਂ ਜ਼ਿਆਦਾ ਹੀ ਹੁੰਦੇ ਹੋਣ। ਕਹਿੰਦੇ ਮੇਰੀ ਜਿਹੜੀ ਲੋੜ ਸੀ ਪੂਰੀ ਹੋ ਗਈ। ਮੈਂ ਫਿਰ ਸੀ ਕਿ ਐਡਾ ਵੱਡਾ ਬੰਦਾ ਅਤੇ ਜੇ ਮੈਨੂੰ ਪਰਤ ਬੈਠਿਆਂ ਜਾਂ ਗਰੁੱਪ 'ਚ ਬੈਠਿਆਂ ਮੇਰੇ ਕੋਲ 200 ਰੁਪਏ ਮੰਗ ਲਏ ਜਿਹੜੇ ਉਧਾਰੇ ਦਿੱਤੇ, ਅਤੇ ਮੇਰੇ ਕੋਲ ਤਾਂ ਪ੍ਰੋਬਲਮ ਹੋਣੀ ਹੈ। ਇਹਨਾਂ ਨੇ ਪਰਮਾਨੈਂਟਲੀ 200 ਰੁਪਇਆ ਰੱਖਣਾ ਸ਼ੁਰੂ ਕਰਤਾ। ਜਾਵੇਦ ਅਖਤਰ ਦੀ ਗੱਲ ਕਰਦਾ। ਇਹਨਾਂ ਜਦੋਂ ਗੱਲ 'ਚ ਕਹਿਣਾ ਕਿ ਲੁਧਿਆਣੀ ਸਾਹਿਬ ਤੁਹਾਡੇ ਪੈਸੇ, ਕਹਿੰਦਾ ਕੋਈ ਨਹੀਂ, ਆ ਜਾਣਗੇ ਕੁਰਾਨ ਤੂੰ ਹੋਰ ਕੋਈ ਗੱਲ। ਠੀਕ ਹੈ ਜੀ। ਇਸ ਤਰ੍ਹਾਂ ਕਰਕੇ ਅਤੇ ਇੱਕ ਦਿਨ ਕਹਿੰਦੇ ਕਿ ਬੰਬੇ ਮੈਨੂੰ ਸਵੇਰੇ ਖਬਰ ਮਿਲੀ ਕਿ ਸਾਹਿਲ ਲੁਧਿਆਣਵੀ ਸਾਹਿਬ ਫੌਤ ਹੋ ਗਏ ਹੈ, ਡੈਥ ਹੋ ਗਈ ਨੇ। ਚੱਲ ਵੈਸੇ ਬੜੇ ਹੈਰਾਨ ਕਿ ਐਡਾ ਮਹਾਨ ਬੰਦਾ ਚਲਾ ਗਿਆ, ਉਹ ਵੀ ਅਚਾਨਕ ਹੈ ਨਾ ਜੀ, ਹਾਰਟ ਅਟੈਕ ਹੋਇਆ। ਅਤੇ ਕਹਿੰਦੇ ਜਿੱਥੇ ਇਹਨਾਂ ਨੂੰ ਦਫਨਾਉਣਾ ਸੀ ਉੱਥੇ ਗਏ, ਕੁੜਤੇ ਪਜਾਮੇ 'ਚ ਹੀ ਹੈ ਨਾ, ਉੱਥੇ ਚਲੇ ਗਏ। ਉੱਥੇ ਪੂਰੀ ਭੀੜ, ਸਾਰਾ ਬੰਬੇ ਸ਼ਹਿਰ ਆਇਆ ਪਿਆ। ਅਤੇ ਦਫਨਾਉਣ ਦੀ ਜਿਹੜੀ ਰਸਮ ਹੈ ਨਾ, ਉਹ ਖਤਮ ਹੋਣ ਤੋਂ ਬਾਅਦ ਇੱਕ ਕਹਿੰਦੇ ਮੇਰਾ ਨੋਨ ਬੰਦਾ ਮੇਰੇ ਕੋਲ ਭੱਜਾ ਆਇਆ ਕਿ ਜਾਵੇਦ ਸਾਹਿਬ ਤੁਹਾਡੇ ਨਾਲ ਕੰਮ ਪੈ ਗਿਆ, ਦੱਸੋ। ਕਹਿੰਦੇ ਸਵੇਰੇ ਮੈਨੂੰ ਜਦੋਂ ਪਤਾ ਲੱਗਾ ਸੀ ਅਤੇ ਮੈਨੂੰ ਲੱਗਾ ਵੀ ਮੇਰੀ ਡਿਊਟੀ ਲੱਗੀ ਕਿ ਇਹਨਾਂ ਦੀ ਕਬਰ ਖੁਦਵਾਉਣੀ ਇੱਥੇ। ਅਤੇ ਕਹਿੰਦੇ ਕਬਰ ਤਾਂ ਮੈਂ ਖੁਦਵਾ ਦਿੱਤੀ ਹੈ, ਪਰ ਮੈਂ ਜਿਹੜਾ ਬਟੂਆ ਮੇਰਾ ਉਹ ਘਰੇ ਰਹਿ ਗਿਆ, ਪੈਸਿਆਂ ਦਾ ਬਟੂਆ ਜਿਹੜਾ ਉਹ ਘਰੇ ਰਹਿ ਗਿਆ, ਅਤੇ ਇਹ ਹੁਣ ਕਬਰ ਵਾਲੇ ਨੂੰ 200 ਰੁਪਈਆ ਦੇਣਾ ਹੈਗਾ, ਮਿਹਨਤ ਦੇਣੀ ਹੈ। ਹਾਂਜੀ, ਮਿਹਨਤ ਦੇਣੀ ਹੈ। ਅਤੇ ਜਿਹੜੇ ਜਾਵੇਦ ਅਖਤਰ ਜੀ ਨੇ 200 ਰੁਪਈਆ ਰੱਖਿਆ ਹੁੰਦਾ ਸੀ ਨਾ ਹਮੇਸ਼ਾ ਜੇਬ 'ਚ ਕਿ ਇਹਨਾਂ ਦਾ ਕਰਜ਼ਾ ਲਾਉਣਾ ਹੈਗਾ, ਉਹੀ ਕਹਿੰਦੇ ਮੈਂ ਫਿਰ ਕੱਢਿਆ ਆਪਣੀ ਜੇਬ 'ਚੋਂ ਅਤੇ ਕਬਰ ਵਾਲੇ ਨੂੰ ਦਿੱਤਾ। ਅਤੇ ਤੁਸੀਂ ਕੋਇਨਸੀਡੈਂਸ ਦੇਖੋ, ਤੁਸੀਂ ਇੱਕ ਸਬੱਬ ਦੇਖੋ ਭਈ ਕਈ ਬੰਦੇ ਜਿਹੜੇ ਨੇ ਉਹ ਤੁਹਾਨੂੰ ਲਾਸਟ ਮੂਮੈਂਟ ਤੱਕ ਲਮਕਾ ਕੇ ਰੱਖਦੇ ਕਿ ਜੇ ਉਹਨਾਂ ਨੇ ਕੋਈ ਕਰਜ਼ਾ ਲੈਣਾ ਹੁੰਦਾ ਹੈ, ਲੇਕਿਨ ਜਾਣ ਲੱਗਿਆ ਫਿਰ ਵੀ ਉਹ ਕਰਜ਼ਾ ਲੈ ਕੇ ਜਾਂਦੇ ਹੈਗੇ, ਪੂਰਾ ਆਪਣੇ ਜ਼ਿੰਮੇਵਾਰੀ ਹੁੰਦੇ ਨੇ। ਅਤੇ ਇਹ ਗੱਲ ਹੈ। ਔਰ ਬਾਕੀ ਇਹਨਾਂ ਦਾ ਇਹ ਸੀ ਕਿ ਇਹ ਜਦੋਂ ਵੀ ਕੋਈ ਗੀਤਕਾਰ ਜਿਹੜਾ ਜਦੋਂ ਗੀਤ ਗਾਉਂਦਾ ਸੀ ਨਾ, ਕੋਈ ਧੁਨ ਤਿਆਰ ਕਰਦਾ ਸੀ, ਠੀਕ ਹੈ ਜੀ, ਉਦੋਂ ਉਹਦੇ 'ਚ ਇੰਟਰਫੀਅਰ ਜ਼ਰੂਰ ਕਰਦੇ ਹੁੰਦੇ ਸੀ ਵੀ ਤੂੰ ਇੱਦਾਂ ਨਾ ਇੱਦਾਂ ਗਾ, ਹੈ ਨਾ ਜੀ। ਇੱਕ ਰਾਜ ਖੋਸਲਾ ਹੁੰਦਾ ਸੀ ਸ੍ਰੀ ਹਰਗੋਬਿੰਦਪੁਰ ਦੇ, ਜਾਣਦੇ ਉਹਨਾਂ ਨੂੰ? ਉਹ ਬੜੇ ਵਧੀਆ, ਉਹਨਾਂ ਨੇ 30-35 ਫਿਲਮਾਂ ਬਣਾਈਆਂ, ਸਾਰੀਆਂ ਸੁਪਰ ਹਿੱਟ। ਉਹਦੇ ਨਾਲ ਇਹਨਾਂ ਦੀ ਸਿਰਫ ਇਸ ਗੱਲੋਂ ਓਪੀਨੀਅਨ ਕਲੈਸ਼ ਹੁੰਦੀ ਸੀ ਕਿ ਉਹ ਜਦੋਂ ਕੋਈ ਗਾਣਾ ਦੀ ਧੁਨ ਲੈਂਦੇ ਸੀ, ਇਹਨਾਂ ਕਹਿਣਾ ਕਿ ਨਹੀਂ ਇਸ ਤਰ੍ਹਾਂ ਤਿਆਰ ਕਰ ਤੂੰ, ਇਹਨਾਂ ਦਾ ਗਾਇਆ ਗਾਣਾ। ਫਿਰ ਉਹਨਾਂ ਦੀ ਚਲੋ ਆਪਸ ਇੰਨੀ ਨਹੀਂ ਬਣੀ, ਪਰ ਮੈਂ ਇਹ ਦੱਸਣਾ ਚਾਹੁੰਦਾ ਕਿ ਆਪਣੇ ਜਿਹੜੇ ਇਲਾਕੇ ਆ ਪੰਜਾਬ ਦੇ, ਕਿੰਨੇ ਉੱਥੋਂ ਦੇ ਬੰਦੇ ਜਾ ਕੇ ਡੋਮੀਨੇਟ ਕੀਤਾ ਉੱਥੇ ਜਾ ਕੇ, ਠੀਕ ਹੈ ਜੀ। ਚਾਹੇ ਉਹ ਪ੍ਰੋਡਿਊਸਰ ਹੈ, ਚਾਹੇ ਉਹ ਡਾਇਰੈਕਟਰ ਹੈ, ਚਾਹੇ ਉਹ ਸਿੰਗਰ ਹੈ, ਚਾਹੇ ਉਹ ਲਿਰਿਸਿਸਟ ਹੈ, ਚਾਹੇ ਉਹ ਕੋਈ ਫਿਲਮ ਦਾ ਐਕਟਰ ਹੈਗਾ, ਠੀਕ ਹੈ ਜੀ। ਅਤੇ ਇਹ ਗੱਲ ਹੈ ਕਿ ਸਾਹਿਲ ਲੁਧਿਆਣਵੀ ਜਿਹੜੇ ਹੈ, ਹੁਣ ਜਿਹੜੀ ਤੁਸੀਂ ਮੂਵੀ ਦੀ ਗੱਲ ਕੀਤੀ ਹੈ ਕਭੀ ਕਭੀ, ਇੱਕ ਗਾਈਡ ਮੂਵੀ ਬਣੀ ਸੀ ਉਹ, ਫਿਰ ਇੱਕ ਸ਼ਾਇਦ ਨਇਆ ਦੌਰ ਵੀ ਮੂਵੀ ਬਣੀ ਸੀ ਉਸ ਟਾਈਮ 'ਤੇ, ਫਿਰ ਇੱਕ ਸੀ ਏਕ ਮੁਸਾਫਿਰ ਏਕ ਹਸੀਨਾ, ਹਾਂਜੀ, ਉਹਦੀ ਸੀ ਜੋਏ ਮੁਖਰਜੀ ਅਤੇ ਹਾਂਜੀ।
ਤੇ ਇਹ ਮੂਵੀਆਂ ਨਹੀਂ ਸੀ, ਇਹ ਤੇ ਇੱਕ ਕਿਸਮ ਦੇ ਮਾਸਟਰਪੀਸ ਬਣਾ ਰਹੇ ਨੇ ਜਿਹੜੇ ਜਿੰਨੀ ਦੇਰ ਤੱਕ ਅੱਜ ਵੀ ਦੇਖੋ ਤਾਂ ਤੁਹਾਨੂੰ ਪੂਰਾ ਆਨੰਦ ਆਉਂਦਾ, ਪੂਰਾ ਆਨੰਦ ਆਉਂਦਾ ਜੀ, ਪੂਰਾ ਉਸ ਤਰ੍ਹਾਂ ਦਾ ਸਭ ਮਾਹੌਲ। ਤੋਂ ਵੱਡੀ ਗੱਲ ਉਸ 'ਚ ਕੋਈ ਨਾ ਕੋਈ ਸੁਨੇਹਾ ਹੁੰਦਾ ਸੀ। ਔਰ ਦੇਖੋ ਮਿਊਜ਼ਿਕ ਜਿਹੜਾ ਨਾ, ਮਿਊਜ਼ਿਕ ਦਾ ਇੱਕ ਪਰਪਸ ਹੁੰਦਾ ਹੈ ਕਿ ਤੁਹਾਡੇ ਮਨ ਨੂੰ ਸਕੂਨ ਦੇ ਉਹ ਮਿਊਜ਼ਿਕ। ਔਰ ਤੁਸੀਂ ਪੁਰਾਣਾ ਮਿਊਜ਼ਿਕ ਸੁਣ ਕੇ ਦੇਖੋ ਕਿ ਤੁਹਾਨੂੰ ਹਾਲੇ ਵੀ ਤੁਹਾਨੂੰ ਪਤਾ ਨਹੀਂ ਕਿਤੇ ਦੀ ਹੋਰ ਹੀ ਲੈ ਜਾਂਦਾ। ਸਾਹਿਰ ਲੁਧਿਆਣੇ ਬਾਰੇ ਮੈਂ ਇੱਕ ਦੋ ਗੱਲਾਂ ਤੁਹਾਡੇ ਨਾਲ ਹੋਰ ਸਾਂਝੀਆਂ ਕਰਨੀਆਂ ਚਾਹੁੰਦਾ ਜੀ। ਜਨਮ ਬਾਰੇ ਗੱਲ ਜਿਵੇਂ ਹੈਗਾ ਜੀ 8 ਮਾਰਚ 1921 ਨੂੰ, ਅੱਜ ਤੋਂ 100 ਸਾਲ ਪਹਿਲਾਂ, 100 ਸਾਲ ਪਹਿਲੇ ਹੀ ਆ। ਹਾਂਜੀ, ਬੜਾ ਯੁੱਗ ਬਣ ਗਿਆ ਇੱਕ, ਠੀਕ ਹੈ ਜੀ। ਔਰ ਪਰ ਉਹ ਤਕਰੀਬਨ 60 ਸਾਲਾਂ ਦੀ ਉਮਰ ਤੋਂ ਵੀ ਪਹਿਲਾਂ 60 ਸਾਲ ਦੀ ਉਮਰ ਵੀ ਨਹੀਂ ਪੂਰੀ ਕਰ ਸਕੇ। ਅੱਛਾ ਜੀ। ਤੇ ਉਹ ਪਹਿਲਾਂ ਹੀ ਫੌਤ ਹੋ ਗਏ ਉੱਥੇ ਬੰਬੇ ਵਿੱਚ। ਹਾਂਜੀ। 1971 ਵਿੱਚ ਜੀ ਭਾਰਤ ਸਰਕਾਰ ਨੇ ਉਹਨਾਂ ਨੂੰ ਪਦਮ ਸ਼੍ਰੀ ਅਵਾਰਡ ਦਿੱਤਾ। ਮੈਂ ਇਹਦੀ ਕੋਈ ਬਹੁਤੀ ਇੰਪੋਰਟੈਂਸ ਨਹੀਂ ਸਮਝਦਾ, ਜਸਟ ਇੱਕ ਗੱਲ 'ਚੋਂ ਗੱਲ ਹੈਗੀ ਆ ਕਿ ਅਵਾਰਡ ਮਿਲਿਆ। ਕਿਉਂਕਿ ਮੈਂ ਸਮਝਦਾ ਕਿ ਜਦੋਂ ਸਰਕਾਰਾਂ ਅਵਾਰਡ ਦਿੰਦੀਆਂ ਉਹ ਲੈ ਲੈਂਦੇ ਬੰਦੇ, ਪਰ ਕਈ ਵਾਰੀ ਜੇ ਉਹ ਨਾ ਕਰਨ ਤੇ ਸਰਕਾਰਾਂ ਦੇ ਅੱਖਾਂ 'ਚ ਰੜਕਦੇ ਵੀ ਰਹਿੰਦੇ। ਪਰ ਇਸ ਸ਼ਖਸ ਨੂੰ, ਸਾਹਿਰ ਲੁਧਿਆਣਵੀ ਨੂੰ, 2 ਹੋਰ ਅਵਾਰਡ ਜਿਹੜੇ ਫਿਲਮ ਫੇਅਰ ਅਵਾਰਡ ਜਿਹਨਾਂ ਦੀ ਵਾਕਿਆ ਇੰਪੋਰਟੈਂਸ ਹੁੰਦੀ, ਉੱਥੇ ਬਹੁਤ ਪਰਖ ਨਿਰਖ ਕੇ ਅਵਾਰਡ ਦਿੱਤੇ ਜਾਂਦੇ, ਲਿਹਾਜ਼ ਨਹੀਂ ਕੀਤਾ ਜਾਂਦਾ। ਔਰ ਕਈ ਵਾਰੀ ਕਹਿੰਦੇ ਕਹਾਉਂਦੇ ਬੰਦੇ, ਹੀਰੋ ਹੀਰੋਇਨ ਜਾਂ ਹੋਰ ਜਿਹੜੇ ਗੀਤਕਾਰ ਸੰਗੀਤਕਾਰ ਕੋਈ ਵੀ ਹੈ, ਉਹ ਸਭ ਤੋਂ ਮੋਹਰਲੀ ਚੇਅਰ ਤੇ ਬੈਠੇ ਹੁੰਦੇ ਆ ਤੇ ਉਹਨਾਂ ਦੀ ਵਾਰੀ ਨਹੀਂ ਆਉਂਦੀ ਸਟੇਜ ਤੇ ਜਾਣ ਦੀ। ਠੀਕ ਹੈ ਜੀ। ਫਿਲਮ ਫੇਅਰ ਅਵਾਰਡ ਇਹਨਾਂ ਨੂੰ ਮਿਲਿਆ ਜੀ, ਇੱਕ 1964 ਵਿੱਚ ਤੇ ਫਿਰ ਇੱਕ 1977 ਵਿੱਚ ਮਿਲਿਆ, ਆਪਦੀ ਡੈਥ ਤੋਂ 2-2.5 ਸਾਲ ਪਹਿਲਾਂ। ਅੱਛਾ ਜੀ, ਠੀਕ ਹੈ। ਉਹ ਅਵਾਰਡ ਲੈਣ ਲੱਗਿਆ ਇਹਨਾਂ ਨੇ ਇੰਨੇ ਇਮੋਸ਼ਨਲ ਵਿਊ ਦਿੱਤੇ ਆਪਦੇ ਕਿ ਤੁਸੀਂ ਲੋਕ ਮੈਨੂੰ ਅਵਾਰਡ ਦੇ ਰਹੇ, ਸੱਚੀ ਮੁੱਚੀ ਮੈਂ ਚੰਗਾ ਕੰਮ ਕੀਤਾ, ਸੱਚੀ ਮੁੱਚੀ ਮੇਰੀ ਕੋਈ ਕੰਟਰੀਬਿਊਸ਼ਨ ਹੈਗੀ ਫਿਲਮ ਇੰਡਸਟਰੀ ਵਾਸਤੇ। ਤੇ ਉਹਨਾਂ ਨੇ ਨਾਲ ਇਹ ਗੱਲ ਜ਼ੋਰ ਦੇ ਕੇ ਕਹੀ। ਉਦੋਂ ਉਹਨਾਂ ਨੇ ਪੰਜਾਬੀ ਬੋਲੀ, ਸਾਹਿਰ ਲੁਧਿਆਣਵੀ ਨੇ ਪੰਜਾਬੀ ਵਿੱਚ ਕਿਹਾ ਵੀ ਉਹ ਮੈਂ ਪੰਜਾਬ ਦਾ ਪੁੱਤ ਹਾਂ, ਇਹ ਅਵਾਰਡ ਤਾਂ ਮੈਨੂੰ ਮਿਲਣਾ ਹੀ ਮਿਲਣਾ ਸੀ। ਮਤਲਬ ਇਸ ਤਰੀਕੇ ਦੀ ਗੱਲ ਜਿਹੜੀ ਇੱਕ ਸ਼ਾਇਰ ਵੱਲੋਂ ਕਹਿਣੀ ਜਾਂ ਸ਼ਾਇਰ ਦੇ ਅਹਿਸਾਸ, ਉਹਦੇ ਅੰਦਰ ਇਮੋਸ਼ਨਸ ਦੀ ਗੱਲ ਹੈ, ਇਹ ਸ਼ਾਇਦ ਸਾਰਿਆਂ 'ਚ ਨਹੀਂ ਹੁੰਦੀ ਪਰ ਸ਼ਾਇਰਾਂ 'ਚ ਅਕਸਰ ਹੁੰਦੀ ਹੈ। ਲੇਖਕਾਂ ਸਾਰਿਆਂ 'ਚ ਨਹੀਂ ਹੁੰਦੀ, ਸ਼ਾਇਰਾਂ ਵਿੱਚ ਹੁੰਦੀ ਹੈ। ਸ਼ਾਇਰ ਜਦੋਂ ਸ਼ਾਇਰੀ ਕਰਦੇ ਨੇ ਜੀ, ਉਹ ਦੱਸਦੇ ਆ ਕਿ ਸਾਡਾ ਓਨਾ ਹੀ ਜ਼ੋਰ ਲੱਗਦਾ ਜਿੰਨਾ ਇੱਕ ਡਾਕਟਰ ਦਾ ਆਪਰੇਸ਼ਨ ਥੀਏਟਰ 'ਚ ਆਪਰੇਸ਼ਨ ਕਰਨ ਲੱਗੇ ਲੱਗਦਾ। ਉਹ ਬੰਦੇ ਨੂੰ ਜਿੰਦਾ ਰੱਖਣ ਦੀ ਕੋਸ਼ਿਸ਼ ਕਰਦੇ, ਮਰੇ ਦੇ ਵਿੱਚ ਜਾਨ ਪਾਉਣ ਦੀ ਕੋਸ਼ਿਸ਼ ਕਰਦੇ। ਅਸੀਂ ਵੀ ਸ਼ਬਦ ਇਕੱਠੇ ਕਰਦੇ ਹਾਂ। ਸ਼ਬਦ ਕਈ ਵਾਰ ਇੱਦਾਂ ਦੇ ਹੁੰਦੇ ਆ, ਮਰੇ ਸ਼ਬਦ ਹੁੰਦੇ ਆ, ਉਹਨਾਂ ਨੂੰ ਕੋਈ ਪੁੱਛਦਾ ਹੀ ਨਹੀਂ, ਉਹਨਾਂ ਨੂੰ ਕੋਈ ਵਰਤਦਾ ਹੀ ਨਹੀਂ, ਆਮ ਬੋਲ ਚਾਲ 'ਚੋਂ ਮਨਫੀ ਹੋ ਚੁੱਕੇ ਹੁੰਦੇ। ਅਸੀਂ ਉਹਨਾਂ ਸ਼ਬਦਾਂ ਨੂੰ ਪਰੋ ਲੈਂਦੇ ਹਾਂ ਇੱਕ ਗੀਤ ਵਿੱਚ ਜਾਂ ਇੱਕ ਕਵਿਤਾ 'ਚ, ਤੇ ਅਸੀਂ ਉਹ ਜਾਨ ਪਾ ਦਿੰਦੇ ਹਾਂ ਉਹਨਾਂ ਸ਼ਬਦਾਂ 'ਚ। ਉਹ ਇਸ ਤਰੀਕੇ ਨਾਲ ਇਹਨੇ ਸਾਹਿਰ ਲੁਧਿਆਣਵੀ ਨੇ ਜਿਹੜੀਆਂ ਗੱਲਾਂ ਕੀਤੀਆਂ ਸੀਗੀਆਂ, ਇੰਨੀਆਂ ਤਾੜੀਆਂ ਵੱਜੀਆਂ ਕਿ ਲੋਕਾਂ ਨੂੰ ਭੁੱਲ ਹੀ ਗਿਆ ਕਿ ਅਜੇ ਤਾਂ ਪ੍ਰੋਗਰਾਮ ਹੋਰ ਰਹਿੰਦਾ ਕੋਈ। ਉਹ ਉੱਠ ਕੇ ਜਾਣ ਲੱਗ ਪਏ ਵੀ ਗੱਲ ਖਤਮ ਹੋ ਗਈ, ਸ਼ਾਇਦ ਗੱਲ ਖਤਮ ਹੋ ਗਈ ਆ। ਮਤਲਬ ਇਸ ਤਰੀਕੇ ਦਾ ਇਸ ਸ਼ਾਇਰ ਦਾ, ਸਾਹਿਰ ਲੁਧਿਆਣਵੀ ਦਾ ਮਾਣ ਸਤਿਕਾਰ ਹੈਗਾ ਸੀ ਉਸ ਜ਼ਮਾਨੇ ਵਿੱਚ, ਅੱਜ ਵੀ ਮੈਨੂੰ ਲੱਗਦਾ ਹੈਗਾ। ਬਿਲਕੁਲ ਠੀਕ ਹੈ ਜੀ ਤੁਹਾਡੀ ਗੱਲ। ਤੁਸੀਂ ਹੁਣੇ ਗੱਲ ਕੀਤੀ ਨਾ ਕਿ ਜਿਹੜਾ ਸ਼ਾਇਰ ਹੁੰਦਾ ਉਹਦਾ ਬੜਾ ਜ਼ੋਰ ਲੱਗਦਾ ਹੈ, ਤੇ ਮੈਨੂੰ ਗੱਲ ਯਾਦ ਆ ਗਈ, ਕਿਸੇ ਨੇ ਦਾਨਿਸ਼ਵਰ ਨੇ ਕਹੀ ਸੀ ਇਹਦੇ ਬਾਰੇ 'ਚ, ਸ਼ਿਵ ਕੁਮਾਰ ਬਟਾਲਵੀ ਬਾਰੇ, ਕਿ ਸਵੇਰੇ 3 ਤੋਂ ਲੈ ਕੇ 5 ਵਜੇ ਤੱਕ ਇਹਦਾ ਲਿਖਣ ਦਾ ਟਾਈਮ ਹੁੰਦਾ ਸੀ। ਇੱਕ ਦਿਨ ਕਹਿੰਦੇ ਬੈਠੇ, ਤੇ ਕਿਉਂਕਿ ਉਸ ਟਾਈਮ ਤੇ ਤੁਹਾਡਾ ਫਰੈਸ਼ ਮਾਈਂਡ ਹੁੰਦਾ ਹੈ, ਤੁਸੀਂ ਜੋ ਵੀ ਲਿਖਦੇ ਹੋ ਨਾ ਤੁਹਾਡਾ ਧੁਰ ਦੇ ਨਾਲ ਤਾਰ ਜੁੜੀ ਹੁੰਦੀ ਹੈ। ਜਿਹੜੇ ਵਰਡਸ ਜਿਹੜੇ ਨੇ, ਇੱਕ ਉਹ ਹੁਣ ਸਤਿੰਦਰ ਸਰਤਾਜ ਹੈ, ਇਹਦੇ ਵਰਡਸ ਜਿਹੜੇ ਵਰਡਿੰਗ ਹੈ ਬੜੀ ਪਿਆਰੀ ਹੈ। ਮੈਂ ਸਤਿੰਦਰ ਸਰਤਾਜ ਨਾਲ ਇੱਕ ਇੰਟਰਵਿਊ ਕੀਤੀ ਸੀ, ਹਾਂਜੀ, ਤੇ ਬਹੁਤ ਕਮਾਲ ਦੀ। ਔਰ ਮੈਂ ਉਹਦੇ ਲਫ਼ਜ਼ਾਂ ਤੋਂ, ਉਹਦੇ ਸ਼ਬਦ ਜਿਹੜੇ ਨੇ ਚੁਣ ਕੇ ਗੀਤਾਂ 'ਚ ਪਾਉਂਦਾ ਨੇ ਜੀ, ਹਾਂਜੀ, ਕਮਾਲ ਕਰਦਾ। ਤੇ ਹਾਂ, ਉਹ ਕਹਿੰਦੇ ਵੀ ਇੱਕ ਦਿਨ ਕੀ ਹੈ ਕਿ ਸ਼ਿਵ ਕੁਮਾਰ ਬਟਾਲਵੀ ਦੇ ਨਾਲ ਉਹਦਾ ਪੁੱਤਰ ਮਿਹਰਬਾਨ ਵੀ ਉੱਠ ਪਿਆ, ਤੇ ਮਿਹਰਬਾਨ ਉੱਠ ਪਿਆ ਤੇ ਉਹ ਜਿੱਥੇ ਕਾਗਜ਼ ਕਲਮ ਜਿੱਥੇ ਰੱਖੇ ਉੱਥੇ ਡਿਸਟਰਬ ਕਰਦਾ ਹੋਣਾ, ਤੇ ਸ਼ਿਵ ਕਹਿੰਦਾ ਮੈਂ ਚਪੇੜ ਮਾਰ ਦਿੱਤੀ ਉਹਦੇ ਸਵੇਰੇ ਸਵੇਰੇ। ਉਹ ਰੋਣ ਲੱਗ ਪਿਆ, ਤੇ ਕਹਿੰਦਾ ਫਿਰ ਮੈਂ ਖੁਦ ਬਹੁਤ ਰੋਇਆ ਉਸ ਟਾਈਮ ਤੇ, ਆਪਣੇ ਪੁੱਤ ਨੂੰ ਰੋਂਦਿਆਂ ਵੇਖ ਕੇ ਮੈਂ ਖੁਦ ਬਹੁਤ ਰੋਇਆ ਕਿ ਇਹ ਜਿਹੜੀਆਂ ਚੀਜ਼ਾਂ ਨੇ ਇਹ ਤੇ ਮੈਨੂੰ ਪ੍ਰੇਰਨਾ ਸਰੋਤ ਹੈਗੇ ਮੇਰੇ ਗੀਤਾਂ ਲਿਖਣ ਦਾ, ਤੇ ਮੈਂ ਇਹਨਾਂ ਦਾ ਦਿਲ ਦੁਖਾਇਆ। ਠੀਕ ਹੈ ਜੀ। ਤੇ ਉਹ ਹਾਲੇ ਵੀ ਯਾਦ ਕਰਦਾ ਜੀ। ਠੀਕ ਹੈ ਜੀ। ਇਹ ਮਤਲਬ ਇੱਕ ਲੇਖਕ ਦਾ, ਇੱਕ ਜਿਹੜਾ ਰਾਈਟਰ ਹੈ, ਉਹਦਾ ਮਨੋਬ੍ਰਿਤੀ ਜਿਹੜੀ ਹੈ ਉਹ ਮੈਂ ਤੁਹਾਨੂੰ ਦੱਸਦਾ ਕਿ ਕਿੱਦਾਂ ਸੋਚਦਾ ਹੈ। ਸੋ ਨੋਰਮਲੀ ਜਿਹੜੇ ਹੁਣ ਆਪਣੇ ਜਸਵੰਤ ਸਿੰਘ ਕੰਵਲ ਸੀ, ਇਹ ਵੀ ਕਹਿੰਦੇ ਮੈਂ ਸਵੇਰੇ ਸਵੇਰੇ ਉੱਠ ਕੇ ਲਿਖਦਾ ਹੁੰਦਾ ਸੀ। ਮੇਰਾ ਖੁਦ ਦਾ ਐਕਸਪੀਰੀਅੰਸ ਹੈਗਾ, ਜੋ ਤੁਸੀਂ
ਜੋ ਤੁਸੀਂ ਇੱਕ ਰਾਤ ਨੂੰ ਸ਼ਾਮ ਨੂੰ ਐਗਜ਼ੌਸਟ ਹੋ ਕੇ ਲਿਖਿਆ ਹੁੰਦਾ ਨਾ, ਉਹਨੂੰ ਤੁਸੀਂ ਆਪ ਖੁਦ ਸਵੇਰੇ ਪੜ੍ਹੋ, ਸਵੇਰੇ ਉੱਠ ਕੇ ਪੜ੍ਹੋ, ਤੇ ਤੁਹਾਨੂੰ ਉਹ ਲੱਗੇਗਾ ਯਾਰ ਇਹ ਤੇ ਕਿੰਨੀਆਂ ਗਲਤੀਆਂ ਹੈਗੀਆਂ ਨੇ, ਇਹਨੂੰ ਚੇਂਜ ਕਰਨਾ ਚਾਹੀਦਾ ਹੈ। ਕਿਉਂਕਿ ਉਸ ਟਾਈਮ 'ਤੇ ਤੁਹਾਡਾ ਮਾਈਂਡ ਫਰੈਸ਼ ਹੁੰਦਾ ਹੈ, ਤੁਹਾਡਾ ਆਈਡੀਆਜ਼ ਫਰੈਸ਼ ਹੁੰਦੇ ਨੇ, ਤੁਹਾਡਾ ਸੋਚਣ ਦੀ ਕਪੈਸਿਟੀ ਹੁੰਦੀ ਹੈ। ਸੋ ਇਸੇ ਤਰ੍ਹਾਂ ਹੀ ਤੁਸੀਂ ਜਿਸ ਤਰ੍ਹਾਂ ਸਾਹਿਰ ਲੁਧਿਆਣੇ ਦੀ ਗੱਲ ਦੱਸੀ ਹੈ ਕਿ ਇਹ ਲੋਕ ਜਿਹੜੇ ਕਵਿਤਾਵਾਂ ਲਿਖਦੇ ਨਹੀਂ, ਸਿਰਜਿਆ ਕਰਦੇ ਸੀ, ਔਰ ਇਸ ਸਾਰੀ ਸਿਰਜਣਹਾਰਤਾ ਜਿਹੜੀ ਹੈ ਇਹਦੇ ਵਿੱਚ ਕੁਦਰਤ ਜਿਹੜੀ ਆ ਉਹ ਇਹਨਾਂ ਦੀ ਹੈਲਪ ਕਰਦੀ, ਬੜਾ ਵੱਡਾ ਰੋਲ ਆਦਾ। ਹਾਂਜੀ, ਇਹ ਜਵੰਦਰ ਜੀ ਆਮ ਤੌਰ 'ਤੇ ਜਿਹੜੇ ਇਹ ਕ੍ਰਾਂਤੀਕਾਰੀ ਇਨਕਲਾਬੀ ਯੁੱਗ ਪਲਟਾਊ ਅਗਾਂਹ ਵਧੀ ਪ੍ਰੋਗਰੈਸਿਵ ਜਿਹਨਾਂ ਨੂੰ ਸ਼ਾਇਰਾਂ ਨੂੰ ਲੇਖਕਾਂ ਨੂੰ ਜਿਹਨਾਂ ਨੂੰ ਅਸੀਂ ਨਵਾਜਦੇ ਇਹਨਾਂ ਸ਼ਬਦਾਂ ਦੇ ਨਾਲ, ਇਹ ਕਈ ਵਾਰੀ ਇਹੋ ਜਿਹੀਆਂ ਗੱਲਾਂ ਕਰ ਜਾਂਦੇ, ਤੁਹਾਨੂੰ ਲੱਗਦਾ ਕਿ ਇਹ ਗੱਲ ਮੇਰੇ ਜ਼ਿਹਨ 'ਚ ਪਹਿਲਾਂ ਕਿਉਂ ਨਹੀਂ ਆਈ। ਇਹਨੇ ਗੱਲ ਕੀਤੀ ਆ, ਉਹ ਗੱਲ ਭਾਵੇਂ ਅੱਜ ਤੋਂ 100 ਸਾਲ ਪਹਿਲਾਂ ਕੀਤੀ ਹੋਵੇ, ਭਾਵੇਂ 200 ਸਾਲ ਪਹਿਲਾਂ ਕੀਤੀ ਹੋਵੇ। ਜਿਵੇਂ ਅਸੀਂ ਗੁਰੂ ਨਾਨਕ ਸਾਹਿਬ ਬਾਰੇ ਗੱਲ ਕਰਦੇ ਹਾਂ, ਭਗਤ ਕਬੀਰ ਬਾਰੇ, ਭਗਤ ਰਵਿਦਾਸ ਬਾਰੇ ਗੱਲਾਂ ਕਰਦੇ, ਸਾਨੂੰ ਲੱਗਦਾ ਕਿ ਉਹ ਗੱਲਾਂ ਅੱਜ ਵੀ ਉਨੀਆਂ ਹੀ ਸਾਰਥਕ ਹੁੰਦੀਆਂ, ਅੱਜ ਵੀ ਉਹਦਾ ਉਨਾ ਹੀ ਮੁੱਲ ਹੈ, ਉਹਦੀ ਇੰਪੋਰਟੈਂਸ, ਉਹਦੀ ਉਨੀ ਰੈਲੇਵੈਂਸੀ ਹੈਗੀ ਹੈ। ਇਹ ਕਿਸੇ ਹੋਰ ਸ਼ਾਇਰ ਨੇ ਵੈਸੇ ਗੱਲ ਲਿਖੀ ਹੈ ਜੀ, ਇਹ ਦੁਨੀਆ ਇਹ ਮਹਿਫਲ ਮੇਰੇ ਕਾਮ ਕੀ ਨਹੀਂ। ਇਹ ਹੀਰਾਂ ਦਾ ਫਿਲਮ ਬਣੀ ਸੀ ਜੀ 1971 'ਚ ਸ਼ਾਇਦ ਬਣੀ ਸੀ। ਹਾਂਜੀ, ਉਹਦੇ 'ਚ ਇਹ ਜਦੋਂ ਇਹੋ ਜਿਹੀ ਗੱਲ ਆਉਂਦੀ ਕਿਸੇ ਸ਼ਾਇਰ ਦੇ, ਮਹਿਫਿਲ ਮੇਰੇ ਕਾਮ ਕੀ ਨਹੀਂ, ਹਾਂਜੀ, ਜਦੋਂ ਕਿਸੇ ਸ਼ਾਇਰ ਦੇ ਦਿਮਾਗ 'ਚ ਇਹ ਗੱਲ ਆਉਂਦੀ ਹੈ ਤੇ ਇਹ ਗੱਲ ਆਉਣ ਤੋਂ ਪਹਿਲਾਂ ਉਹਨੇ ਕਿੰਨਾ ਦੁੱਖ ਝੱਲਿਆ ਹੁੰਦਾ, ਕਿੰਨੀਆਂ ਤਕਲੀਫਾਂ ਝੱਲੀਆਂ ਹੁੰਦੀਆਂ, ਕਿੰਨਾ ਉਹਨੇ ਸਾਰੇ ਸਿਸਟਮ ਨੂੰ, ਸਾਰੇ ਉਸ ਵਾਤਾਵਰਨ ਨੂੰ, ਮਾਹੌਲ ਨੂੰ, ਉੱਥੋਂ ਦੇ ਪੋਲੀਟੀਕਲ, ਸੋਸ਼ਲ, ਇਕਨੋਮਿਕ ਕੰਡੀਸ਼ਨ ਨੂੰ ਐਨਾਲਾਈਜ਼ ਕੀਤਾ ਹੁੰਦਾ। ਐਵੇਂ ਥੋੜੀ ਇਹ ਗੱਲਾਂ ਮੂੰਹ 'ਚ ਨਿਕਲ ਜਾਂਦੀਆਂ, ਸੌਖੀਆਂ ਤਾਂ ਹੈ ਨਹੀਂ। ਨਾ, ਠੀਕ ਹੈ ਜੀ। ਤੇ ਹਾਂਜੀ, ਦੇਖੋ ਜਿਸ ਤਰ੍ਹਾਂ ਸ਼ਿਵਕੁਮਾਰ ਬਟਾਲਵੀ ਕਹਿੰਦਾ ਜੀ ਕਿ ਇੱਕ ਕੁੜੀ ਜਿਹਦਾ ਨਾਮ ਮੁਹੱਬਤ ਗੁੰਮ ਹੈ, ਗੁੰਮ ਹੈ, ਗੁੰਮ ਹੈ, ਤੁਰਦੀ ਏ ਤਾਂ ਗਜ਼ਲ ਹੈ ਲੱਗਦੀ। ਹਾਂਜੀ ਹਾਂਜੀ ਹਾਂਜੀ। ਤੇ ਇਹ ਗੀਤ ਜਿਹੜਾ ਉਹ ਵੀ ਇਹਨੇ ਕਿਸੇ ਰੈਫਰੈਂਸ ਤੇ ਗਾਇਆ ਸੀ। ਠੀਕ ਹੈ ਜੀ। ਤੈਨੂੰ ਦਿਆਂ ਹੰਝੂਆਂ ਦਾ ਪਹਾੜਾ ਨਹੀਂ, ਪੀਰਾਂ ਦਾ ਪਰਾਗਾ ਭੁੰਨਦੇ। ਠੀਕ ਹੈ ਜੀ। ਰਾਤ ਚਾਨਣੀ ਮੈਂ ਤੁਰਾਂ, ਮੇਰਾ ਨਾਲ ਤੁਰੇ ਪਰਛਾਵਾਂ ਨਹੀਂ ਜਿੰਦੇ ਮੇਰੀਏ। ਠੀਕ ਹੈ ਜੀ। ਬਾਕੀ ਰੋਗ ਬਣ ਕੇ ਰਹਿ ਗਿਆ ਪਿਆਰ ਤੇਰੇ ਸ਼ਹਿਰ ਦਾ, ਮੈਂ ਮਸੀਹਾ ਦੇਖਿਆ ਬਿਮਾਰ ਤੇਰੇ ਸ਼ਹਿਰ ਦਾ। ਹੈ ਨਾ। ਹੁਣ ਦੇਖੋ ਆਹ ਮਸੀਹਾ ਵਰਡ ਜਿਹੜਾ, ਮਸੀਹਾ ਵਰਡ ਜਦੋਂ ਮੈਂ ਕਾਲਜ ਟਾਈਮ 'ਚ ਮੈਨੂੰ ਨਹੀਂ ਸੀ ਪਤਾ ਮਸੀਹਾ ਕੌਣ ਹੁੰਦਾ। ਹੈ ਨਾ। ਮੈਂ ਇੱਕ ਦਿਨ ਪੁੱਛ ਲਿਆ ਆਪਣੇ ਪੰਜਾਬੀ ਦੇ ਟੀਚਰ ਨੂੰ, ਉਹਨੂੰ ਵੀ ਨਹੀਂ ਪਤਾ ਮਸੀਹਾ। ਹਾਂਜੀ। ਫਿਰ ਉਹਨੇ ਕਿਸੇ ਹੋਰ ਹੈਡ ਦਾ ਡਿਪਾਰਟਮੈਂਟ ਤੋਂ ਪੁੱਛਿਆ, ਮੈਨੂੰ ਮਸੀਹਾ ਦਾ ਮਤਲਬ ਦੱਸੋ। ਮੇਰੇ ਤੇ ਕਲਾਸ 'ਚ ਬੜੀ ਇੰਬੈਰਸਿੰਗ ਸਿਚੁਏਸ਼ਨ ਪੈ ਗਈ। ਉਹਨੇ ਕਿਹਾ ਡਾਕਟਰ ਨੂੰ ਕਹਿੰਦੇ ਆ ਮਸੀਹਾ। ਠੀਕ ਹੈ ਜੀ। ਮਤਲਬ ਦੇਖੋ ਤੁਸੀਂ ਇੱਕ ਵਰਡਸ ਦੀ ਜਿਹੜੀ ਇੱਕ ਸਿਰਜਣਹਾਰਤਾ ਨੂੰ ਦਾ ਰੈਫਰੈਂਸ ਦਿੱਤਾ ਹੈ ਕਿ ਰੋਗ ਬਣ ਕੇ ਰਹਿ ਗਿਆ ਪਿਆਰ ਤੇਰੇ ਸ਼ਹਿਰ ਦਾ, ਮਤਲਬ ਤੇਰੇ ਪਿਆਰ ਦਾ, ਤੇਰੇ ਸ਼ਹਿਰ ਦਾ ਜਿਹੜਾ ਪਿਆਰ ਹੈ ਮੇਰੇ ਵਾਸਤੇ ਰੋਗ ਬਣ ਗਿਆ। ਬੇਸਿਕਲੀ ਕਿਹਾ ਤੇ ਬਟਾਲੇ ਦੇ ਲੋਕਾਂ ਨੂੰ ਸੀ, ਕਿਉਂਕਿ ਬਟਾਲੇ ਲੋਕੀ ਬੜੇ ਪੱਥਰ ਦਾ ਸ਼ਹਿਰ ਕਹਿੰਦਾ ਹੁੰਦਾ ਸੀ ਉਹਨੂੰ। ਮੈਂ ਹਾਂਜੀ ਨਹੀਂ, ਪੱਥਰ ਦਾ ਸ਼ਹਿਰ ਤੇ ਚੰਡੀਗੜ੍ਹ ਆ। ਨਹੀਂ ਪੱਥਰ ਦਾ, ਲੋਹੇ ਦਾ ਸ਼ਹਿਰ, ਸੌਰੀ ਲੋਹੇ ਦਾ ਸ਼ਹਿਰ, ਲੋਹੇ ਦਾ ਤੇ ਦੇਖ ਦੂਖ ਢਲਦੀ ਦੇਗੀ ਸ਼ਹਿਰ, ਦੇਗੀ ਸ਼ਹਿਰ। ਤੇ ਮੈਂ ਮਸੀਹਾ ਵੇਖਿਆ ਬਿਮਾਰ ਤੇਰੇ ਸ਼ਹਿਰ ਦਾ, ਮਤਲਬ ਮੈਂ ਤੇਰੇ ਸ਼ਹਿਰ ਦਾ ਜਿਹੜਾ ਡਾਕਟਰ ਹੈ ਉਹੀ ਬਿਮਾਰ ਵੇਖਿਆ ਖੁਦ। ਹਾਂਜੀ। ਅੱਛਾ, ਇੱਕ ਇਹ ਵੀ ਚਲੋ ਆਪਾਂ ਜਿਹੜਾ ਪ੍ਰੋਗਰਾਮ ਕਰਦੇ ਹਾਂ ਉਹਦੀ ਜੇ ਦੁਨੀਆ ਦੀ ਗੱਲ ਕਰਦੇ ਹਾਂ, ਦੁਨੀਆ ਜਿਹੜੀ ਹੈ ਇਹਦੇ ਬਾਰੇ ਹਰ ਇੱਕ ਦਾ ਵਿਚਾਰ ਵੱਖਰਾ ਵੱਖਰਾ। ਠੀਕ ਹੈ ਜੀ। ਹਾਂਜੀ। ਕਿਸੇ ਨੂੰ ਪਸੰਦ ਆਉਂਦੀ ਆ, ਬਹੁਤ ਪਸੰਦ ਆਉਂਦੀ ਆ, ਕਿਸੇ ਨੂੰ ਨਹੀਂ ਪਸੰਦ ਆਉਂਦੀ ਤੇ ਇੰਨੀ ਪਸੰਦ ਨਹੀਂ ਆਉਂਦੀ ਉਹ ਗੱਲ ਸੁਣਨ ਨੂੰ ਤਿਆਰ ਨਹੀਂ। ਇਹ ਕਿਸੇ ਸ਼ਾਇਰ ਨੇ ਵੀ ਕਿਹਾ, ਜੇ ਦੌਲਤ ਕੇ ਭੂਖੇ ਰਿਵਾਜੋਂ ਕੀ ਦੁਨੀਆ ਜਲਾ ਦੋ ਜਲਾ ਦੋ। ਇਹ ਉਸੇ ਮੂਵੀ ਦਾ ਜੀ ਕਿੱਡਾ ਮਤਲਬ ਖਤਰਨਾਕ ਇੱਕ ਵਿਚਾਰ ਹੈ। ਉਹ ਕਹਿੰਦਾ ਦੁਨੀਆ ਜਿਹੜੀ ਹੈ ਇਹ ਤਾਂ ਤਬਾਹ ਕਰ ਦੇਣੀ ਚਾਹੀਦੀ, ਸਾੜ ਦੇਣੀ ਚਾਹੀਦੀ, ਖਤਮ ਕਰ ਦੇਣੀ ਚਾਹੀਦੀ। ਇੱਕ ਇਹੋ ਜਿਹੀਆਂ ਗੱਲਾਂ ਦਿਮਾਗ 'ਚ ਜਦੋਂ ਕਿਸੇ ਸ਼ਾਇਰ ਦੀ ਆਉਂਦੀਆਂ ਤੇ ਮੇਰਾ ਖਿਆਲ ਤਾਂ ਸੁੱਤੇ ਸੱਤ ਆਰਾਮ ਨਾਲ ਬੰਦਾ ਗੁਜ਼ਰਿਆ ਜਾਂਦਾ, ਉਹਦੇ ਦਿਮਾਗ 'ਚ ਆ ਹੀ ਨਹੀਂ ਸਕਦੀਆਂ। ਜਿਹਨੇ ਇਹਨਾਂ ਲੋਕਾਂ ਨੇ, ਸ਼ਾਇਰਾਂ ਨੇ ਆਪਦੇ ਪਿੰਡੇ ਹੰਢਾਈ ਹੁੰਦੀ ਗੱਲ, ਆਪਦੇ ਮਨ ਤੇ ਬੋਝ ਉਹਨਾਂ ਦੇ ਹੁੰਦਾ, ਜਦੋਂ ਬੋਝ ਨੂੰ ਫਿਰ ਉਹ ਕਲਮ ਦੇ ਰਾਹੀਂ ਅੱਖਰਾਂ 'ਚ ਪਰੋ ਕੇ, ਸ਼ਬਦਾਂ 'ਚ ਪਰੋ ਕੇ ਉਹ ਲਿਖਦੇ ਆ, ਬੋਲਦੇ ਆ, ਉਦੋਂ ਅਸਲ 'ਚ ਉਹਨਾਂ ਦਾ ਮਨ ਹੌਲਾ ਹੁੰਦਾ। ਫਿਰ ਜਿਨ੍ਹਾਂ ਦੇ ਕੰਨਾਂ 'ਚ ਪੈਂਦੀ ਗੱਲ ਇਹ ਉਹਨਾਂ ਨੂੰ ਲੱਗਦਾ, ਉਹਨਾਂ ਵਾਸਤੇ ਇੱਕ ਨਵਾਂ ਰਾਹ ਨਿਕਲਦਾ। ਇਹ ਜਿਹੜੇ ਗੀਤ ਦਾ ਤੁਸੀਂ ਰੈਫਰੈਂਸ ਦਿੱਤਾ ਹੁਣੇ, ਜਲਾ ਦੋ ਜਲਾ ਦੋ ਜਲਾ ਦੋ, ਹੈ ਨਾ ਜੀ। ਇਹ ਦੌਲਤ ਕੇ ਭੂਖੇ ਰਿਵਾਜੋਂ ਕੀ ਦੁਨੀਆ। ਹਾਂਜੀ। ਉਹ 'ਚ ਕਹਿੰਦਾ, ਇਹ ਸੇਮ ਮੂਵੀ ਹੈ ਜੀ 1958 'ਚ ਬਣੀ ਸੀ, ਪਿਆਸਾ ਮੂਵੀ। ਹਾਂਜੀ ਹਾਂਜੀ। ਉਹਦਾ ਗਾਣਾ ਹੈਗਾ ਜੀ। ਇਹ ਤੁਸੀਂ ਵੇਖਿਓ ਮੂਵੀ, ਤੁਹਾਨੂੰ ਪਤਾ ਲੱਗੇਗਾ ਵੀ ਕਿਸ ਤਰ੍ਹਾਂ ਕੀ ਸਟੋਰੀ ਹੈ। ਇੱਕ ਲੇਖਕ ਹੁੰਦਾ ਜੀ, ਕਵੀ ਹੁੰਦਾ, ਉਹਨੂੰ ਹਮੇਸ਼ਾ ਲੈਗ ਪੁਲਿੰਗ ਹੁੰਦੀ ਜਦੋਂ ਤੱਕ ਜਿੰਦਾ ਹੁੰਦਾ। ਇੱਕ ਦਿਨ ਉਹ ਟਰੈਕ 'ਤੇ ਜਾਂਦਾ ਜਾਂਦਾ ਆਪਣਾ ਕੋਟ ਲਾ ਕੇ
ਇੱਕ ਮੰਗਤੇ ਨੂੰ ਦੇ ਦਿੰਦਾ, ਮੰਗਤਾ ਅੱਗੇ ਜਾ ਕੇ ਗੱਡੀ ਦੇ ਥੱਲੇ ਆ ਜਾਂਦਾ, ਲੋਕੀ ਸ਼ਹਿਰ 'ਚ ਰੌਲਾ ਪੈ ਜਾਂਦਾ ਕਿ ਸ਼ਾਇਦ ਉਹ ਸ਼ਾਇਰ ਜਿਹੜਾ ਮਰ ਗਿਆ। ਤੇ ਜਿਹੜੇ ਉਹਨੂੰ ਅਪੋਜ਼ ਕਰਦੇ ਹੁੰਦੇ ਆ ਉਹੀ ਉਹਦੀ ਸ਼ਰਧਾਂਜਲੀ ਸਮਾਗਮ ਰੱਖ ਦਿੰਦੇ ਆ, ਸ਼ਰਧਾਂਜਲੀ ਸਮਾਗਮ ਰੱਖ ਦਿੰਦੇ ਆ ਤੇ ਆਪਣੀ ਮੌਤ ਦੇ ਸ਼ਰਧਾਂਜਲੀ ਸਮਾਗਮ ਤੇ ਪਹੁੰਚ ਦਿੰਦਾ। ਠੀਕ ਹੈ ਜੀ। ਔਰ ਜਿਨ੍ਹਾਂ ਨੇ ਇਹਨੂੰ ਸ਼ਰਧਾਂਜਲੀ ਸਮਰਪਿਤ ਕਰਨ ਵਾਸਤੇ ਪ੍ਰੋਗਰਾਮ ਰੱਖਿਆ ਹੁੰਦਾ ਉਹੀ ਕਹਿੰਦੇ ਵੀ ਇਹ ਕੋਈ ਫੇਕ ਬੰਦਾ, ਇਹਨੂੰ ਕੱਢ ਦਿਓ ਇੱਥੋਂ ਬਾਹਰ, ਕੱਢੋ ਧੱਕੇ ਮਾਰਦੇ। ਤੇ ਮੈਂ ਇੱਕ ਵਾਰੀ ਇੱਕ ਸਟੋਰੀ ਵੀ ਲਿਖੀ ਸੀ, ਮੈਂ ਕਿਹਾ ਵੀ ਜੇ ਬਾਬਾ ਨਾਨਕ ਅੱਜ ਆ ਜਾਏ, ਪ੍ਰਗਟ ਹੋ ਜਾਏ ਤੇ ਉਹਨਾਂ ਨੇ ਕਹਿਣਾ ਫੇਕ ਬਾਬਾ ਨਾਨਕ ਹੈ, ਤੇ ਉਹ ਹੈ ਹੀ ਨਹੀਂ ਜੀ। ਸਾਡੇ ਦਿਮਾਗ 'ਚ ਤਾਂ ਬਾਬਾ ਨਾਨਕ ਦਾ ਜਿਹੜਾ ਬਣਿਆ ਹੈ ਚਿੱਤਰ ਹੈ ਉਹ ਤਾਂ ਇਹ ਆ ਕਿ ਫਸਟ ਕਲਾਸ ਕੱਪੜੇ ਆ ਜੀ, ਬਾਬੇ ਨਾਨਕ ਦੀਆਂ ਅੱਖਾਂ ਅੱਧੀਆਂ ਖੁੱਲੀਆਂ ਜੀ, ਅੱਧੀਆਂ ਬੰਦ ਜੀਆਂ ਹੈਗੀਆਂ, ਉੱਤੋਂ ਰੋਸ਼ਨੀ ਪੈ ਰਹੀ ਹੈ, ਮਾਲਾ ਜਿਹੜੀ ਆ ਉਹ ਪੱਗ ਦੇ ਉੱਤੇ ਵੀ ਆ, ਗਲ 'ਚ ਵੀ ਆ, ਤੇ ਸ਼ਨੀਲ ਦੀ ਬੁੱਕਲ ਮਾਰੀ ਕੱਪੜੇ ਦੀ। ਅਸੀਂ ਤਾਂ ਉਦਾਂ ਸੋਚਿਆ ਜੇ ਉਦਾਂ ਤਾਂ ਨਹੀਂ ਬਣ ਗਿਆ ਤੇ ਇੱਥੇ ਪਛਾਣਨਾ ਹੀ ਨਹੀਂ, ਧੱਕੇ ਮਾਰ ਦਿਆਂਗੇ। ਬਾਬਾ ਨਾਨਕ ਹੋ ਨਹੀਂ ਸਕਦੇ। ਅਸੀਂ ਉਹਦੇ ਵਿਚਾਰਾਂ ਦੀ ਥੋੜੀ ਗੱਲ ਕਰਦੇ ਹਾਂ, ਅਸੀਂ ਤਾਂ ਉਹਦੇ ਪਹਿਰਾਵੇ ਦੇ, ਉਹਦੇ ਚਿਹਰੇ ਦੀ ਗੱਲ ਕਰਦੇ। ਹਾਂਜੀ ਹਾਂਜੀ, ਮੇਰਾ ਚਿਹਰਾ ਇਦਾਂ ਦਾ ਹੋਣਾ ਚਾਹੀਦਾ, ਪਹਿਰਾਵਾ ਇਦਾਂ ਦਾ ਹੋਣਾ ਚਾਹੀਦਾ, ਵਿਚਾਰਾਂ ਦਾ ਕੋਈ ਨਹੀਂ। ਸੇਮ ਚੀਜ਼ ਦੇਖ ਲਓ, ਦਸਮ ਪਿਤਾ ਜਿਹੜੇ ਨੇ, ਹਾਂਜੀ ਹਾਂਜੀ, ਇੰਨੇ ਆਲੀਸ਼ਾਨ ਜਿਹੜੇ ਨੇ ਉਹ ਕੱਪੜੇ ਪਾਏ ਆ, ਬਾਦਸ਼ਾਹਾਂ ਵਰਗੇ, ਬਾਦਸ਼ਾਹ ਕਲਗੀ ਲੱਗੀ। ਚਲੋ ਕਲਗੀ ਲਾਉਂਦੇ ਸੀ, ਵਧੀਆ ਗੱਲ ਹੈ। ਹਾਂਜੀ, ਔਰ ਉਹਨਾਂ ਨੇ ਬਾਦਸ਼ਾਹਾਂ ਵਰਗਾ ਜੀਵਨ ਬਤੀਤ ਕੀਤਾ, ਲੇਕਿਨ ਬਾਦਸ਼ਾਹਾਂ ਦਿਲ ਦੇ ਬਾਦਸ਼ਾਹ ਸੀ। ਉਹਨਾਂ ਦੀ ਸੋਚ ਜਿਹੜੀ ਹੈ ਨਾ ਜੀ, ਬਾਦਸ਼ਾਹ ਦਰਵੇਸ਼ ਸੀ, ਹੈ ਨਾ ਜੀ। ਅੱਛਾ, ਇੱਕ ਜਾਂਦੇ ਮੈਂ ਗੱਲ ਕਰਨੀ ਚਾਹੁੰਦਾ ਜੀ, ਇੱਕ ਆਮ ਤੌਰ ਤੇ ਕਹਿੰਦਾ ਵੀ ਸਫ਼ਰ ਦਾ ਕਿਸੇ ਨੇ ਸਵਾਦ ਲੈਣਾ ਹੋਵੇ, ਮਜ਼ਾ ਲੈਣਾ ਹੋਵੇ ਤੇ ਤੁਹਾਡੇ ਕੋਲ ਸਮਾਨ ਘੱਟ ਹੋਣਾ ਚਾਹੀਦਾ। ਹਾਂਜੀ, ਤੇ ਜੇ ਜ਼ਿੰਦਗੀ ਦਾ ਮਜ਼ਾ ਲੈਣਾ ਹੋਵੇ ਤੇ ਤੁਹਾਡੀਆਂ ਖਾਹਿਸ਼ਾਂ ਜਿਹੜੀਆਂ ਉਹਨਾਂ ਤੇ ਕੰਟਰੋਲ, ਕਾਬੂ ਹੋਣਾ ਚਾਹੀਦਾ। ਦੁਨੀਆ ਦਾ ਇਹ ਦਸਤੂਰ ਹੈ, ਇਹ ਦੁਨੀਆ ਨਹੀਂ, ਦੁਨੀਆ ਦਾ ਦਸਤੂਰ ਤਾਂ ਦੇਖੋ ਵੱਖਰਾ ਹਰ, ਜਿਸ ਤਰ੍ਹਾਂ ਤੁਸੀਂ ਕਿਹਾ, ਹਰ ਇੱਕ ਬੰਦੇ ਦਾ ਸੋਚਣ ਦਾ ਤਰੀਕਾ ਡਿਫਰੈਂਟ ਹੈਗਾ, ਹਰ ਇੱਕ ਬੰਦੇ ਦੀ ਜਿਹੜਾ ਪੈਰਾਮੀਟਰ ਹੈ, ਜਿਹੜੇ ਕਦਰਾਂ ਕੀਮਤਾਂ ਹੈਗੀਆਂ ਡਿਫਰੈਂਟ ਨੇ। ਪਰ ਇੱਕ ਵੈਨ ਡਾਇਰ ਕਰਕੇ ਇੱਕ ਲੇਡੀ ਹੋਈ ਹੈ, ਉਹਨੂੰ ਆਸਟ੍ਰੇਲੀਆ 'ਚ ਜੌਬ ਨਹੀਂ ਸੀ ਮਿਲਦੀ, ਉਹਨੇ ਇੱਕ ਹਸਪੀਟਲ 'ਚ ਜੌਬ ਕਰ ਲਈ। ਉਸ ਹਸਪੀਟਲ 'ਚ, ਉਸ ਓਲਡ ਏਜ 'ਚ, ਜਿੱਥੇ ਬਜ਼ੁਰਗ ਬੰਦੇ ਜਿਹੜੇ ਨੇ ਉਹ ਲਾਸਟ ਮੂਮੈਂਟ 'ਤੇ ਆਪਣਾ ਟਾਈਮ ਸਪੈਂਡ ਕਰਦੇ ਆ, ਤੇ ਉਹਨੇ ਕੀ ਕੀਤਾ ਕਿ ਜਿਹੜਾ ਬੰਦਾ ਡੈਥ ਬੈੱਡ 'ਤੇ ਹੁੰਦਾ ਸੀ ਉਹਦੇ ਕੋਲ ਪੁੱਛਣਾ ਸ਼ੁਰੂ ਕਰਤਾ ਕਿ ਤੇਰੀ ਸਭ ਤੋਂ ਵੱਡੀ ਰਿਗਰੈਟ ਦੁਨੀਆ ਦੀ ਕਿਹੜੀ, ਜ਼ਿੰਦਗੀ ਦੀ ਸਭ ਤੋਂ ਵੱਡੀ ਰਿਗਰੈਟ ਕਿਹੜੀ ਹੈ? ਔਰ 95% ਬੰਦਿਆਂ ਨੇ ਕਿਹਾ ਕਿ ਸਾਨੂੰ ਇੰਨਾ ਕੰਮ ਨਹੀਂ ਸੀ ਕਰਨਾ ਚਾਹੀਦਾ ਲਾਈਫ 'ਚ। ਪਛਤਾਵਾ ਇਸ ਗੱਲ ਦਾ, ਪਛਤਾਵਾ, ਅਸੀਂ ਬਹੁਤ ਜ਼ਿਆਦਾ ਟਾਈਮ ਆਪਣਾ ਵੇਸਟ ਕੀਤਾ। ਔਰ ਦੂਜੀ ਇਹਨਾਂ ਦੀ ਨਹੀਂ ਮਤਲਬ ਪ੍ਰਾਇੋਰਟੀ ਜਿਹੜੀ ਆ ਹੋਰ ਵੀ ਹੈਗੀਆਂ ਸੀ, ਪ੍ਰਾਇੋਰਟਾਈਜ਼ ਹੋਰ ਵੀ, ਉਹ ਕਹਿੰਦੇ ਵੀ ਆਪਾਂ ਬਾਕੀ ਚੀਜ਼ਾਂ ਦੇ ਕਾਸਟ ਤੇ ਆਪਾਂ, ਹਾਂਜੀ। ਦੂਜੀ ਸੀ ਕਿ ਆਪਾਂ ਆਪਣਾ ਜੀਵਨ ਆਪਣੇ ਹਿਸਾਬ ਨਾਲ ਨਹੀਂ ਬਿਤਾਇਆ। 95% ਬੰਦਿਆਂ ਨੇ ਜਿਹੜੇ ਡੈਥ ਬੈੱਡ 'ਤੇ ਸੀ ਮਰਨ ਤੋਂ ਪਹਿਲਾਂ ਇਹ ਕਿਹਾ ਕਿ ਅਸੀਂ ਸਾਰੀ ਜ਼ਿੰਦਗੀ ਦੂਸਰਿਆਂ ਨੂੰ ਖੁਸ਼ ਕਰਦੇ ਰਹੇ, ਆਪਣੇ ਵਾਸਤੇ ਜੀ ਕੇ ਦੇਖਿਆ ਨਹੀਂ। ਸਾਹਿਬ ਲੁਧਿਆਣਵੀ ਦੇ ਪਲੇਟਫਾਰਮ ਤੇ ਜਾ ਕੇ ਦੇਖੀ ਹੈ, ਉਹਦੇ ਵਾਸਤੇ ਦੁਨੀਆ ਕੀ ਸੀ? ਸਾਹਿਰ ਲੁਧਿਆਣਵੀ ਵਾਸਤੇ ਦੁਨੀਆ ਸੀ ਕਿ ਇੰਜੋਏ ਕਰੋ, ਆਪਣੇ ਦਿਲ ਦੀ ਗੱਲ ਦੱਸੋ, ਬਾਕੀ ਦੁਨੀਆ ਨੂੰ ਖੁਸ਼ ਰੱਖੋ, ਔਰ ਜਿਹੜਾ ਵੀ ਕੰਮ ਤੁਸੀਂ ਕਰਦੇ ਹੋ ਉਹਨੂੰ ਦਿਲ ਲਾ ਕੇ ਕਰੋ। ਠੀਕ ਹੈ। ਮੈਨੂੰ ਇਹ ਵੀ ਲੱਗਦਾ ਸੀ ਕਿ ਦੁਨੀਆ ਨੂੰ ਬਦਲਣ ਦੇ ਲਈ ਵੀ ਕੁਝ ਉਹਦੇ ਦਿਮਾਗ ਸੀ ਕਿ ਜਿਹੜੀਆਂ ਗੱਲਾਂ ਚੰਗੀਆਂ ਨਹੀਂ ਲੱਗਦੀਆਂ ਉਹ ਤਾਂ ਕਹਿੰਦੇ ਨਾ, ਹਾਂਜੀ, ਉਹਦੇ ਗੀਤਾਂ 'ਚ ਰਿਫਲੈਕਟ ਹੁੰਦਾ ਸੀ ਜੀ, ਉਹਦੇ ਗੀਤਾਂ ਦੇ ਵਿੱਚ ਉਹ ਖੁਦ ਹੀ ਬੋਲਦੇ ਆ। ਹਾਂਜੀ, ਉਹ ਦੱਸਦੇ ਆ ਕਿ ਉਹਦੇ ਵੱਸ 'ਚ ਹੀ ਗੱਲ ਨਹੀਂ ਹੈ। ਸ਼ਾਇਰਾਂ ਦੇ ਵੈਸੇ ਵੱਸ ਜਿਹੜੀ ਬੁੱਧੀਜੀਵੀ ਇੰਟੈਲੈਕਚੁਅਲ ਕਲਾਸ ਜਿਹੜੀ ਆ ਉਹ ਸਿਰਫ ਗਾਈਡ ਕਰਦੀ ਹੁੰਦੀ ਹੈ, ਸਲਾਹ ਦਿੰਦੀ ਹੁੰਦੀ ਹੈ। ਉਹ ਕਿਤਾਬਾਂ ਦਾ ਗਿਆਨ ਹੁੰਦਾ, ਉਹਨਾਂ ਕੋਲ ਹੋਰ ਗ੍ਰੰਥ ਪੜ੍ਹੇ ਹੁੰਦੇ ਆ, ਹੋਰ ਨਾ ਭਾਸ਼ਾਵਾਂ ਦਾ ਗਿਆਨ ਹੁੰਦਾ। ਪਰ ਉਹ ਜੇ ਕਹੀਏ ਜੀ ਹੁਣ ਉਹ ਬੰਦੂਕ ਚੁੱਕ ਕੇ ਆਪ ਲੜਨ ਲੱਗ ਪੈਣ, ਉਹ ਪੋਸੀਬਿਲਿਟੀ ਨਹੀਂ ਹੁੰਦੀ। ਬੰਦੂਕ 'ਚ ਅਸਲ ਵਿੱਚ ਇੱਕ ਲੇਖਕ ਕੋਲ ਨਾ, ਬੰਦੂਕ ਲੇਖਕ ਦੀ ਕਲਮ ਦੇ ਵਿੱਚ ਬੰਦੂਕ ਤੋਂ ਵੱਧ ਤਾਕਤ ਹੁੰਦੀ ਹੈ। ਬਿਲਕੁਲ, ਇਹ 'ਚ ਕੋਈ ਸ਼ੱਕ ਵਾਲੀ ਗੱਲ ਨਹੀਂ। ਸਰਕਾਰਾਂ ਬੰਦੂਕ ਕੋਲੋਂ ਘੱਟ ਡਰਦੀਆਂ ਕਿਉਂਕਿ ਬੰਦੂਕ ਫੜਨ ਵਾਲੇ ਨੂੰ ਐਨਕਾਊਂਟਰ 'ਚ ਮਾਰ ਸਕਦੇ ਆ ਝੂਠੇ ਸੱਚੇ 'ਚ। ਲੇਕਿਨ ਜਿਹਦੇ ਹੱਥ 'ਚ ਕਲਮ ਹੁੰਦੀ ਹੈ ਨਾ, ਕਲਮ 'ਚ MP ਸਿੰਘ ਦੀ ਇੱਕ ਐਸੀ ਪਾਵਰ ਹੈ ਕਿ ਇਹ ਸੁੱਤੇ ਸਮੁੰਦਰ ਨੂੰ ਵੀ ਉਬਾਲ ਦੇ ਸਕਦੀ ਹੈ। ਬਿਲਕੁਲ, ਸ਼ਾਂਤ ਸਮੁੰਦਰ ਨੂੰ ਵੀ। ਸੋ ਮੈਂ ਖੁਦ ਦੇਖਿਆ ਹੈਗਾ ਕਿ ਕਈ ਵਾਰੀ ਕਈ ਲੋਕ ਤੁਸੀਂ ਕੋਈ ਚੀਜ਼ ਐਸੀ ਲਿਖ ਦਿੰਦੇ ਹੋ, ਉਹਨਾਂ ਦੇ ਇਮੋਸ਼ਨਸ ਕੰਟਰੋਲ 'ਚ ਨਹੀਂ ਰਹਿੰਦੇ ਹੈਗੇ। ਉਹ ਭੜਕਣ ਵਾਲੀ ਗੱਲ ਹੁੰਦੀ, ਉਹ ਤਾਂ ਭੜਕ ਪੈਂਦੇ ਆ ਨਾ। ਭਟਕ ਵਾਲੀ ਗੱਲ ਨਹੀਂ ਹੈ। ਅਗਰ ਤੁਸੀਂ ਕੋਈ ਸਿੰਪੈਥੈਟਿਕ ਚੀਜ਼ ਲਿਖਦੇ ਹੋ,
ਕੋਈ ਸਿਚੁਏਸ਼ਨ ਬਾਰੇ ਕੋਈ ਚੀਜ਼ ਆ ਹਾਂ, ਉਹ ਇਮੋਸ਼ਨਸ ਹੁੰਦੀਆਂ, ਇਮੋਸ਼ਨਸ ਹਨ, ਇਮੋਸ਼ਨ ਹੋਰ ਚੀਜ਼ ਆ ਨਾ, ਠੀਕ ਹੈ ਜੀ। ਹਾਂਜੀ। ਉਹ ਉਹਨਾਂ ਦੇ ਇਮੋਸ਼ਨਸ ਤੋਂ, ਉਹਨਾਂ ਦੇ ਕਮੈਂਟਸ ਤੋਂ ਤੁਹਾਨੂੰ ਲੱਗਦਾ ਕਿ ਯਾਰ ਵਾਕਿਆ ਮੈਂ ਕੋਈ ਐਸੀ ਚੀਜ਼ ਲਿਖੀ ਸੀ, ਇਹਦੇ ਦਿਲ ਨੂੰ ਟੁੰਬ ਗਈ ਹੈ। ਹਾਂ, ਸਕੂਨ ਵੀ ਮਿਲਦਾ। ਸੋ ਇਹ ਹੈ ਕਿ ਸਾਹਿਰ ਲੁਧਿਆਣਵੀ ਦੀ ਆਪਾਂ ਗੱਲ ਕਰਦੇ, ਸਾਹਿਰ ਲੁਧਿਆਣਵੀ ਦੇ ਜਿੰਨੇ ਵੀ ਗੀਤ ਹੁਣ ਤੱਕ ਫਿਲਮਾਂ ਵਿੱਚ ਲੋਕਾਂ ਨੇ ਸੁਣੇ ਜਾਂ ਤੁਸੀਂ ਜਿਹਨਾਂ ਤੇ ਜ਼ਿਕਰ ਕਰਦੇ ਆ, ਮੈਨੂੰ ਨਹੀਂ ਲੱਗਦਾ ਕੋਈ ਵੀ ਇਦਾਂ ਦਾ ਗੀਤ ਹੋਵੇ ਜਿਹਨੇ ਲੋਕਾਂ ਦੇ ਮਨ ਨੂੰ ਸਿੱਧਾ ਨਾ ਟੁੰਬਿਆ ਹੋਵੇ, ਸਿੱਧਾ ਪ੍ਰਭਾਵ ਨਾ ਪਾਇਆ ਹੋਵੇ। ਠੀਕ ਹੈ ਜੀ। ਹੁਣ ਮੈਂ ਉਹ ਉਸੇ ਫਿਲਮ ਦੁਬਾਰਾ ਗੱਲ ਕਰਨੀ ਚਾਹੁੰਦਾ, ਉਦੋਂ ਬਾਅਦ ਮੈਂ ਸ਼ਾਇਦ ਉਨੀ ਚੰਗੀ ਕੋਈ ਫਿਲਮ ਦੇਖੀ ਨਹੀਂ। ਕਭੀ ਕਭੀ ਤੋਂ ਬਾਅਦ ਮੈਨੂੰ ਉਹਦੀ ਸਟੋਰੀ ਬਿਲਕੁਲ ਨਹੀਂ ਯਾਦ। ਮੈਨੂੰ ਇੰਨਾ ਪਤਾ ਕਿ ਉਹਦੇ 'ਚ ਅਮਿਤਾਭ ਬੱਚਨ ਸੀ, ਰਿਸ਼ੀ ਕਪੂਰ ਸੀ, ਹਾਂਜੀ, ਵਹੀਦਾ ਰਹਿਮਾਨ ਸੀ ਵਿੱਚ ਉਹਦੇ, ਨਹੀਂ ਜੀ, ਵਹੀਦਾ ਰਹਿਮਾਨ ਸੀ ਜੀ, ਗੁਲਜ਼ਾਰ, ਰਾਖੀ ਗੁਲਜ਼ਾਰ, ਨਹੀਂ ਰਾਖੀ ਵੀ ਸੀ, ਹਾਂਜੀ, ਤੇ ਸ਼ਾਇਦ ਮੈਨੂੰ ਉਹਦੀ ਸਟੋਰੀ ਦਾ ਬਿਲਕੁਲ ਨਹੀਂ ਪਤਾ। ਜਿਹੜੀ ਆ ਕਾਸਟਿੰਗ ਦੀ ਗੱਲ ਵੀ ਐਵੇਂ ਤੁੱਕਾ ਜਿਹਾ ਲਾ ਕੇ ਮੈਂ ਦੱਸੀ ਜਾਂਦਾ ਵੀ ਇਦਾਂ ਤਾਂ ਮੈਨੂੰ ਯਾਦ ਨਹੀਂ, ਕਿਉਂਕਿ ਬੜੀ ਪੁਰਾਣੀ ਗੱਲ, ਮੇਰੇ ਖਿਆਲ ਸ਼ਾਇਦ 1978 ਚ ਬਣੀ ਸੀ, 71 ਚ ਬਣੀ, ਮੈਂ 74 75 78 ਚ ਬਣੀ ਸੀ, 77 78 ਚ ਬਣੀ ਸੀ ਮੂਵੀ। ਨਹੀਂ, 77 78 ਤੋਂ ਪਹਿਲਾਂ ਦੀ ਗੱਲ, 75 76 ਦੀ ਗੱਲ ਹੈ ਸ਼ਾਇਦ। ਹਾਂ, ਉਦੋਂ ਦੀ ਗੱਲ ਹੈ, ਐਮਰਜੈਂਸੀ ਦੀ ਗੱਲ ਹੈ ਜੀ। ਐਮਰਜੈਂਸੀ ਦੇ ਵਿੱਚ ਉਹ ਪਿਕਚਰ ਦੇਖੀ ਸੀ। ਠੀਕ ਹੈ ਜੀ। ਪਰ ਮੇਰਾ ਗੀਤ ਮੈਨੂੰ ਹੁਣ ਵੀ ਕਿਤੇ ਦੂਰ ਸੁਣਦੇ ਹੋਣ, ਕਿਤੇ ਧੀਮੀ ਆਵਾਜ਼ 'ਚ, ਬਹੁਤ ਮੱਧਮ ਆਵਾਜ਼ 'ਚ, ਮਸਾਂ ਸੁਣਨ ਵਾਲੀ ਗੱਲ ਆ, ਤੇ ਮਨ ਨੂੰ ਐਨ ਸਕੂਨ। ਮੁਕੇਸ਼ ਨੇ ਗਾਏ ਸੀ ਗੀਤ, ਮੁਕੇਸ਼ ਦਾ ਗਾਇਆ ਗੀਤ ਹੈ, ਬਹੁਤ ਵਧੀਆ ਗੀਤ। ਸਾਹਿਰ ਲੁਧਿਆਣਵੀ ਦਾ 100ਵਾਂ ਜਨਮ ਦਿਨ ਜਿਹੜਾ ਸਾਰੀ ਦੁਨੀਆ 'ਚ ਸੈਲੀਬ੍ਰੇਟ ਹੋ ਰਿਹਾ, ਖਾਸ ਕਰਕੇ ਜਿਹੜੀ ਫਿਲਮ ਇੰਡਸਟਰੀ ਨਾਲ ਜੁੜੇ ਹੋਏ ਲੋਕ ਹੈ ਉਹ ਉਹਨੂੰ ਯਾਦ ਕਰ ਰਹੇ। ਅਸੀਂ ਫਿਲਮ ਇੰਡਸਟਰੀ ਦੇ ਤਾਂ ਨਹੀਂ ਹੈਗੇ, ਮੀਡੀਆ ਨਾਲ ਜੁੜੇ ਹੈਗੇ ਆ। ਅਸੀਂ ਉਸ ਹਰ ਚੰਗੇ ਸ਼ਾਇਰ ਦੇ, ਹਰ ਚੰਗੇ ਲੇਖਕ ਦੇ, ਹਰ ਉਸ ਵਿਅਕਤੀ ਦੇ ਉਪਾਸ਼ਕ ਆ, ਉਹਦੇ ਮੁਰੀਦ ਆ, ਜਿਹਨੇ ਸਮਾਜ ਵਿੱਚ ਸਿਰਜਣਾ, ਸਮਾਜ ਦੇ ਚੰਗੇ ਸਮਾਜ ਦੀ ਸਿਰਜਣਾ ਵਾਸਤੇ ਕੁਝ ਹਿੱਸਾ ਪਾਇਆ। ਬੰਦਾ ਤੁਸੀਂ ਆਏ ਹੋ, ਸਾਹਿਰ ਲੁਧਿਆਣਵੀ ਬਾਰੇ ਗੱਲਬਾਤ ਹੋਈ ਹੈ, ਤੁਸੀਂ ਆਪਣੇ ਬਹੁਤ ਖੂਬਸੂਰਤ ਵਿਚਾਰ ਦੱਸੇ ਆ। ਤੁਹਾਡੀ ਬੜੀ ਮਿਹਰਬਾਨੀ। ਥੈਂਕ ਯੂ ਵੈਰੀ ਮਚ। ਥੈਂਕ ਯੂ।